स्टूडेंट्स ਅੱਜ ਦਾ ਲੈਕਚਰ THEM ਦਾ ਹਿਊਮਨ ਫੈਕਟਰਸ ਇਨ ਟਰੈਕਟਰ ਡਿਜ਼ਾਈਨ। ਮਤਲਬ ਜਦੋਂ ਵੀ ਕਿਸੇ ਟਰੈਕਟਰ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ, ਟਰੈਕਟਰ ਨੂੰ ਬਣਾਇਆ ਜਾਂਦਾ ਹੈ, ਟਰੈਕਟਰ ਨੂੰ ਉਦੋਂ ਕਿਹੜੀ ਗੱਲਾਂ ਦਾ ਖਿਆਲ ਰੱਖਿਆ ਜਾਂਦਾ ਹੈ ਟਰੈਕਟਰ ਨੂੰ ਡਿਜ਼ਾਈਨ ਕਰਨ ਦੇ ਵਿੱਚ ਰਿਲੇਟਿੰਗ ਟੂ ਹਿਊਮਨ ਕੰਫਰਟ। ਬਈ ਮਤਲਬ ਆਪਾਂ ਜੇ ਹਿਊਮਨ ਦੀ ਗੱਲ ਕਰਦੇ ਹਾਂ, ਤੁਸੀਂ ਹਿਊਮਨ ਕੰਫਰਟ ਪੜ੍ਹਿਆ ਹੋਏਗਾ PTHP ਦੇ ਵਿੱਚ। ਵੀ ਜਦੋਂ AC ਨੂੰ ਡਿਜ਼ਾਈਨ ਕੀਤਾ ਜਾਂਦਾ ਹੈ, AC ਨੂੰ ਡਿਜ਼ਾਈਨ ਕਰਨ ਲੱਗਿਆਂ ਕਿਹੜੀ ਗੱਲਾਂ ਦਾ ਖਿਆਲ ਰੱਖਦੇ ਹਾਂ ਆਪਾਂ, ਹਿਊਮਨ ਕੰਫਰਟ ਕੀ ਹੈ, ਕਿੱਦਾਂ ਆਪਾਂ ਉਹਨੂੰ ਮੇਜ਼ਰ ਕਰਦੇ ਹਾਂ, ਕਿੱਦਾਂ ਡਿਸਾਈਡ ਕਰਦੇ ਹਾਂ। ਉਹੀ ਟੌਪਿਕ ਹੁਣ ਟਰੈਕਟਰ 'ਚ ਆ ਗਿਆ। ਅਤੇ ਬਈ ਜਦੋਂ ਆਪਾਂ ਟਰੈਕਟਰ ਨੂੰ ਡਿਜ਼ਾਈਨ ਕਰਨਾ ਹੈ, ਟਰੈਕਟਰ ਨੂੰ ਡਿਜ਼ਾਈਨ ਕਰਦੇ ਟਾਈਮ ਜਿਹੜਾ ਡਰਾਈਵਰ ਹੈ ਉਹਨੂੰ ਕੰਫਰਟ ਦੇਣ ਦੇ ਲਈ, ਉਹਨੂੰ ਈਜ਼ ਦੇਣ ਦੇ ਲਈ ਅਸੀਂ ਕਿਸ ਤਰ੍ਹਾਂ ਟਰੈਕਟਰ ਦਾ ਡਿਜ਼ਾਈਨ ਕਰੀਏ ਤਾਂ ਜੋ ਜਿਹੜਾ ਟਰੈਕਟਰ ਦਾ ਡਰਾਈਵਰ ਹੈ ਉਹਨੂੰ ਘੱਟ ਤੋਂ ਘੱਟ ਪ੍ਰੋਬਲਮਸ ਆਉਣ ਅਤੇ ਉਹ ਈਜ਼ੀਲੀ ਟਰੈਕਟਰ ਨੂੰ ਡਰਾਈਵ ਕਰ ਸਕੇ। ਸੋ ਇਹਦੇ 'ਚ ਕੀ ਕਹਿੰਦੇ ਨੇ, ਦੀ ਡਿਜ਼ਾਈਨ ਆਫ ਮੋਡਰਨ ਟਰੈਕਟਰ ਇੰਕਲੂਡ ਫੋਲੋਇੰਗ ਹਿਊਮਨ ਕੰਸੀਡਰੇਸ਼ਨਸ। ਜਦੋਂ ਵੀ ਆਪਾਂ ਟਰੈਕਟਰ ਨੂੰ ਡਿਜ਼ਾਈਨ ਕਰਨਾ ਨਾ, ਕੁਛ ਕੰਸੀਡਰੇਸ਼ਨਸ ਨੇ, 5-6 ਤਰ੍ਹਾਂ ਦੀਆਂ ਕੰਸੀਡਰੇਸ਼ਨਸ ਨੇ ਜਿਨ੍ਹਾਂ ਨੂੰ ਆਪਾਂ ਮਾਈਂਡ 'ਚ ਰੱਖ ਕੇ ਫਿਰ ਟਰੈਕਟਰ ਨੂੰ ਡਿਜ਼ਾਈਨ ਕਰਨਾ ਹੈ। ਨੰਬਰ 1 ਇਜ਼ ਦੀ ਰਾਈਡਿੰਗ ਕੰਫਰਟ। ਤੁਹਾਨੂੰ ਨਾਮ ਪੜ੍ਹ ਕੇ ਕਲੀਅਰ ਹੁੰਦਾ ਜਾਊਗਾ ਬਈ ਰਾਈਡਿੰਗ ਕੰਫਰਟ ਦਾ ਮਤਲਬ ਕੀ ਹੈ। ਵੀ ਜਿਹੜਾ ਡਰਾਈਵਰ ਹੈ ਉਹਨੂੰ ਟਰੈਕਟਰ ਚਲਾਉਂਦੇ ਹੋਏ ਕੰਫਰਟ ਮਿਲੇ, ਉਹਨੂੰ ਔਖ ਨਾ ਹੋਵੇ, ਉਹ ਹੁੰਦਾ ਰਾਈਡਿੰਗ ਕੰਫਰਟ। ਫਿਰ ਸੈਕਿੰਡ ਆ ਗਿਆ ਵਿਜ਼ੀਬਿਲਿਟੀ। ਟਰੈਕਟਰ 'ਤੇ ਡਰਾਈਵਰ ਸੀਟ 'ਤੇ ਬੈਠੇ ਵਿਜ਼ੀਬਿਲਿਟੀ ਜਿਹੜੀ ਹੈ ਉਹ ਵੀ ਪ੍ਰੋਪਰ ਹੋਵੇ। ਲੋਕੇਸ਼ਨ ਐਂਡ ਅਰੇਂਜਮੈਂਟ ਆਫ ਕੰਟਰੋਲਸ। ਵੀ ਜਿਹੜੇ ਕੰਟਰੋਲਸ ਨੇ, ਚਾਹੇ ਉਹ ਗੇਅਰ ਲੀਵਰ ਹੈ, ਚਾਹੇ ਉਹ ਹੋਰਨ ਹੈ, ਜਾਂ ਚਾਹੇ ਉਹ ਬ੍ਰੇਕਸ ਨੇ, ਉਹਨਾਂ ਦੀ ਜਿਹੜੀ ਲੋਕੇਸ਼ਨ ਹੈ ਅਤੇ ਉਹਨਾਂ ਦੀ ਜਿਹੜੀ ਅਰੇਂਜਮੈਂਟ ਹੈ ਉਹ ਸਹੀ ਹੋਵੇ। ਮਤਲਬ ਡਰਾਈਵਰ ਜਿਹੜਾ ਹੈ ਈਜ਼ੀਲੀ ਅਪਰੋਚ ਕਰ ਸਕੇ ਕਿਸੇ ਵੀ ਤਰ੍ਹਾਂ ਦੇ ਕੰਟਰੋਲ ਨੂੰ। ਈਜ਼ ਆਫ ਓਪਰੇਟਿੰਗ ਕੰਟਰੋਲਸ। ਉਹ ਜਿਹੜੇ ਕੰਟਰੋਲਸ ਨੇ ਉਹਨਾਂ ਨੂੰ ਓਪਰੇਟ ਕਰਨਾ ਵੀ ਈਜ਼ੀ ਹੋਵੇ। ਇਹ ਨਹੀਂ ਵੀ ਮੰਨ ਲਓ ਬ੍ਰੇਕ ਲਗਾਉਣੀ ਹੈ ਅਤੇ ਬ੍ਰੇਕ ਲਗਾਉਣ ਲੱਗਿਆ ਉੱਤੇ ਖੜ੍ਹੇ ਹੀ ਹੋਣਾ ਪੈ ਜਾਣਾ ਬ੍ਰੇਕ ਦੇ, ਫਿਰ ਜਾ ਕੇ ਬ੍ਰੇਕ ਲੱਗੇ, ਇੱਦਾਂ ਨਾ ਹੋਵੇ। ਈਜ਼ ਹੋਵੇ ਮਤਲਬ ਈਜ਼ੀ ਹੋਵੇ ਕਿਸੇ ਵੀ ਕੰਟਰੋਲ ਨੂੰ ਓਪਰੇਟ ਕਰਨਾ। ਫੋਰ ਐਗਜ਼ਾਮਪਲ PTO ਸ਼ਾਫਟ ਹੈ, ਉਹਨੂੰ ਆਪਾਂ ਉਹਦੇ ਲੀਵਰ ਨੂੰ ਅਸੀਂ ਪ੍ਰੈਸ ਕਰਨਾ ਹੈ ਜਾਂ ਉਹਨੂੰ ਰਿਲੀਜ਼ ਕਰਨਾ ਹੈ, ਉਹਨੂੰ ਕਰਨਾ ਈਜ਼ੀ ਹੋਵੇ। ਮਤਲਬ ਜਿੰਨੇ ਕੰਟਰੋਲ ਨੇ ਉਹਨਾਂ ਨੂੰ ਓਪਰੇਟ ਕਰਨਾ ਈਜ਼ੀ ਹੋਵੇ। ਸਾਊਂਡ ਕੰਟਰੋਲ। ਟਰੈਕਟਰ ਦੀ ਜਿਹੜੀ ਆਵਾਜ਼ ਹੈ ਉਹ ਵੀ ਇੱਕ ਲਿਮਿਟ ਤੱਕ ਹੋਵੇ। ਐ ਨਹੀਂ ਵੀ ਟਰੈਕਟਰ ਮਤਲਬ ਇੰਨੀ ਜ਼ਿਆਦਾ ਆਵਾਜ਼ ਪੈਦਾ ਕਰੇ ਵੀ ਉਹ ਸਾਡੇ ਦਿਮਾਗ ਨੂੰ ਥਕਾ ਦੇਵੇ। ਅੱਗੇ ਆਪਾਂ ਡਿਟੇਲ 'ਚ ਸਟੱਡੀ ਕਰਦੇ ਹਾਂ ਡਿਜ਼ਾਈਨ ਫੋਰ ਥਰਮਲ ਕੰਟਰੋਲ। ਥਰਮਲ ਕੰਟਰੋਲ ਮਤਲਬ ਅਸੀਂ ਖੇਤਾਂ ਦੇ ਵਿੱਚ ਕੰਮ ਕਰਨਾ ਹੈ, ਖੇਤਾਂ ਦੇ ਵਿੱਚ ਕੰਮ ਕਰਨਾ ਹੈ, ਹਿਊਮਿਡਿਟੀ ਹੋਣੀ ਹੈ, ਟੈਂਪਰੇਚਰ ਹੋਣਾ ਹੈ, ਠੀਕ ਹੈ। ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਜੇ ਆਪਾਂ ਆਲੇ ਦੁਆਲੇ ਡਰਾਈਵਰ ਸੀਟ ਦੇ ਕੈਬ ਬਣਾ ਦਈਏ। ਅੱਜ ਕੱਲ੍ਹ ਡਰਾਈਵਰ ਸੀਟ ਦੇ ਆਲੇ ਦੁਆਲੇ ਕੈਬ ਬਣ ਕੇ ਆਉਂਦੀ ਪਈ ਹੈ। ਸੋ these factors when properly incorporated in design allow the operator to perform many complex with efficiency, safety ਅਤੇ minimum fatigue। ਕਹਿੰਦੇ ਆ ਜਿਹੜੇ ਸਾਰੇ ਫੈਕਟਰ ਨੇ, ਜੇ ਆਪਾਂ ਸਾਰੇ ਫੈਕਟਰਸ ਨੂੰ ਮਾਈਂਡ 'ਚ ਰੱਖੀਏ ਟਰੈਕਟਰ ਨੂੰ ਡਿਜ਼ਾਈਨ ਕਰਦੇ ਹੋਏ, ਅਤੇ ਇਹਦੇ ਨਾਲ ਕੀ ਹੁੰਦਾ ਹੈ ਵੀ ਜਿਹੜਾ ਇੱਕ ਡਰਾਈਵਰ ਹੈ ਨਾ ਉਹ ਸਾਨੂੰ ਇੱਕ ਮੈਕਸੀਮਮ ਐਫੀਸ਼ੀਐਂਸੀ ਦਿੰਦਾ, ਡਰਾਈਵਰ ਦੀ ਸੇਫਟੀ ਵੀ ਰਹਿੰਦੀ ਹੈ, ਪਲੱਸ ਡਰਾਈਵਰ ਦੀ ਜਿਹੜੀ ਫਟੀਗ ਹੈ ਉਹ ਮਿਨੀਮਮ ਹੈ। ਮਤਲਬ ਡਰਾਈਵਰ ਨੂੰ ਜਿਹੜੀ ਥਕਾਵਟ ਹੁੰਦੀ ਹੈ ਨਾ ਉਹ ਮਿਨੀਮਮ ਹੋਏਗੀ। ਫਟੀਗ ਮਤਲਬ ਥਕਾਵਟ, ਮਿਨੀਮਮ ਮਤਲਬ ਘੱਟ। ਜੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਕਰਾਂਗੇ ਟਰੈਕਟਰ ਨੂੰ, ਇਹਨਾਂ 6 ਗੱਲਾਂ ਨੂੰ ਮਾਈਂਡ 'ਚ ਰੱਖ ਕੇ ਡਿਜ਼ਾਈਨ ਕਰਾਂਗੇ ਟਰੈਕਟਰ ਨੂੰ, ਅਤੇ ਇੱਕ ਤਾਂ ਐਫੀਸ਼ੀਐਂਸੀ ਜ਼ਿਆਦਾ ਨਿਕਲੇਗੀ ਟਰੈਕਟਰ ਦੀ ਵੀ ਅਤੇ ਡਰਾਈਵਰ ਦੀ ਵੀ। ਸੇਫਟੀ ਬਣੀ ਰਹੇਗੀ, ਟਰੈਕਟਰ ਵੀ ਸੇਫ ਰਹੇਗਾ ਅਤੇ ਤੁਹਾਡਾ ਡਰਾਈਵਰ ਵੀ ਸੇਫ ਰਹੇਗਾ। ਤੀਜਾ ਜਿਹੜਾ ਫਟੀਗ ਹੈ, ਜਿਹੜੀ ਥਕਾਵਟ ਹੈ ਉਹ ਘੱਟ ਹੋਏਗੀ ਡਰਾਈਵਰ ਨੂੰ ਵੀ ਅਤੇ ਨਾਲ ਟਰੈਕਟਰ ਨੂੰ ਵੀ। ਕਿਉਂਕਿ ਟਰੈਕਟਰ ਅਕਸਰ ਮਸ਼ੀਨ ਹੈ, ਮਸ਼ੀਨ ਨੇ ਜਦੋਂ ਚੱਲਣਾ ਉਹਨੇ ਥੱਕਣਾ, ਉਹਦੇ ਪਾਰਟਸ ਜਿਹੜੇ ਨੇ ਉਹਨਾਂ ਨੇ ਘਿਸਣਾ, ਠੀਕ ਹੈ। ਉਹਨਾਂ ਨੂੰ ਵੀ ਆਪਾਂ ਬਚਾ ਕੇ ਰੱਖ ਸਕਦੇ ਹਾਂ। ਬਟ ਹੁਣ ਆਪਾਂ ਇਹਦੇ 'ਚ ਗੱਲ ਕਰਨੀ ਸਿਰਫ ਹਿਊਮਨ ਫੈਕਟਰਸ ਦੀ, ਸਿਰਫ ਹਿਊਮਨ ਨੂੰ ਲੈ ਕੇ, ਸਿਰਫ ਡਰਾਈਵਰ ਨੂੰ ਲੈ ਕੇ ਗੱਲ ਕਰਨੀ ਹੈ ਅਸੀਂ ਹੋਰ ਕਿਸੇ ਚੀਜ਼ ਦੀ ਗੱਲ ਨਹੀਂ ਕਰਨੀ। ਅਸੀਂ ਇਹ ਨਹੀਂ ਦੇਖਣਾ ਵੀ ਮਤਲਬ ਮਸ਼ੀਨ ਖਰਾਬ ਹੁੰਦੀ ਪਈ ਹੈ, ਮਸ਼ੀਨ ਦੀ ਤਾਂ ਆਪਾਂ ਗੱਲ ਕਰਨੀ ਨਹੀਂ। ਹੁਣ ਆਪਾਂ ਗੱਲ ਕਰਨੀ ਸਿਰਫ ਹਿਊਮਨ ਫੈਕਟਰਸ ਦੀ, ਜਦਕਿ ਟੌਪਿਕ ਹੀ ਇਹੀ ਹੈ, ਹਿਊਮਨ ਫੈਕਟਰਸ ਇਨ ਟਰੈਕਟਰ ਡਿਜ਼ਾਈਨ। ਸਭ ਤੋਂ ਪਹਿਲੇ ਇਹ ਗੱਲ ਕਰਦੇ ਨੇ ਜੀ ਆਪਰੇਟਰ ਐਕਸਪੋਜ਼ਰ ਟੂ ਇਨਵਾਇਰਮੈਂਟਲ ਫੈਕਟਰਸ। ਇਨਵਾਇਰਮੈਂਟ ਦੇ ਵਿੱਚ ਕੀ ਆਉਂਦਾ। ਹੁਣ ਟਰੈਕਟਰਸ ਆਰ ਯੂਜ਼ਡ ਅੰਡਰ ਵੇਰੀ ਜੀਓਗ੍ਰਾਫੀਕਲ ਐਂਡ ਕਲਾਈਮੇਟੋਲੋਜੀਕਲ ਕੰਡੀਸ਼ਨਸ। ਟਰੈਕਟਰ ਨੂੰ ਕਹਿੰਦੇ ਜਦੋਂ ਕੰਮ ਕਰਨਾ ਪੈਂਦਾ ਨਾ, ਅਲੱਗ-ਅਲੱਗ ਕੰਡੀਸ਼ਨਸ 'ਚ ਕੰਮ ਕਰਨਾ ਪੈਂਦਾ ਹੈ। ਉਹ ਕੰਡੀਸ਼ਨਸ ਹੁਣ ਜੀਓਗ੍ਰਾਫੀਕਲ ਵੀ ਹੋ ਸਕਦੀਆਂ। ਜੀਓਗ੍ਰਾਫੀਕਲ ਮਤਲਬ
किते ਜ਼ਮੀਨ ਕਿੱਦਾਂ ਦੀ ਹੈ, ਕਿਤੇ ਬੰਜਰ ਹੈ, ਕਿਤੇ ਉਪਜਾਊ ਹੈ, ਕਿਤੇ ट्रैक्टर ने ਇੱਦਾਂ ਦੀ ਜਗ੍ਹਾ 'ਤੇ ਚੱਲਣਾ ਜਿੱਥੇ ਸੜਕ ਹੀ ਨਹੀਂ ਹੈਗੀ, ਅਤੇ ट्रैक्टर ने ਇੱਦਾਂ ਦੀ ਜਗ੍ਹਾ 'ਤੇ ਵੀ ਚੱਲਣਾ ਜਿੱਥੇ ਸੜਕਾਂ ਨੇ, ਜਿੱਥੇ ਪੱਥਰ ਵੀ ਲੱਗਾ ਹੋਇਆ। ਠੀਕ ਹੈ, ਸੋ ਇੱਦਾਂ ਹੀ ਅਲੱਗ ਅਲੱਗ ਕਲਾਈਮੇਟ 'ਚ ਵੀ ਚੱਲਣਾ। ਜਦੋਂ ਮੀਂਹ ਪੈਂਦਾ ਹੋਇਆ ਉਦੋਂ ਵੀ ਟਰੈਕਟਰ ਕੋਲ ਕੰਮ ਲੈਣਾ ਆਪਾਂ, ਜਦੋਂ ਧੁੱਪ ਨਿਕਲੀ ਉਦੋਂ ਵੀ ਟਰੈਕਟਰ ਕੋਲ ਕੰਮ ਲੈਣਾ। ਮੰਨ ਲਓ ਬਰਫ਼ ਪੈਂਦੀ ਵੀ ਹੈ ਤਾਂ ਵੀ ਆਪਾਂ ਟਰੈਕਟਰ ਕੋਲ ਕੰਮ ਲੈਣਾ। ਟਰੈਕਟਰ ਨੇ ਹਰ ਕੰਡੀਸ਼ਨ ਦੇ ਵਿੱਚ ਕੰਮ ਕਰਨਾ ਹੈ, ਹਰ ਤਰ੍ਹਾਂ ਦੀ ਕੰਡੀਸ਼ਨ 'ਚ ਕੰਮ ਕਰਨਾ ਹੈ। ਉਹ ਕੰਡੀਸ਼ਨ ਚਾਹੇ ਆਪਾਂ ਮੌਸਮ ਨੂੰ ਦੇਖ ਕੇ ਲਈਏ, ਉਹ ਕੰਡੀਸ਼ਨ ਚਾਹੇ ਆਪਾਂ ਜੀਓਗ੍ਰਾਫੀ ਨੂੰ ਦੇਖ ਕੇ ਲਈਏ। ਜੀਓਗ੍ਰਾਫੀ ਮਤਲਬ ਆਪਾਂ ਜ਼ਮੀਨ ਨੂੰ ਦੇਖ ਕੇ ਲਈਏ ਵੀ ਜ਼ਮੀਨ ਕਿੱਦਾਂ ਦੀ ਹੈ। ਇਨਵਾਇਰਮੈਂਟਲ ਫੈਕਟਰਸ ਟੂ ਵਿਚ ਓਪਰੇਟਰ ਇਜ਼ ਡਾਇਰੈਕਟਲੀ ਐਕਸਪੋਜ਼ਡ ਆਰ, ਵੀ ਜਿਹੜਾ ਟਰੈਕਟਰ ਦਾ ਡਰਾਈਵਰ ਹੈ, ਟਰੈਕਟਰ ਦਾ ਜਿਹੜਾ ਓਪਰੇਟਰ ਹੈ, ਉਹ ਡਾਇਰੈਕਟਲੀ ਕਿੰਨਾ ਚੀਜ਼ਾਂ ਦੇ ਨਾਲ ਜੁੜਿਆ ਹੈ। ਨੰਬਰ 1 ਇਜ਼ ਦੀ ਟੈਂਪਰੇਚਰ, ਵੀ ਬਾਹਰ ਜਿਹੜਾ ਟੈਂਪਰੇਚਰ ਕਿੰਨਾ ਹੈ, ਟੈਂਪਰੇਚਰ ਦੇ ਨਾਲ ਵੀ ਇਫੈਕਟ ਪੈਂਦਾ ਹੈ ਵੀ ਡਰਾਈਵਰ ਕਿੱਦਾਂ ਕੰਮ ਕਰੇਗਾ। ਜੇ ਗਰਮੀ ਹੈ, ਬੜੀ ਜ਼ਿਆਦਾ ਗਰਮੀ ਹੈ ਜੀ, ਆਪਾਂ ਜ਼ਿਆਦਾ ਕੰਮ ਨਹੀਂ ਕਰ ਸਕਦੇ। ਬੜੀ ਜ਼ਿਆਦਾ ਠੰਡ ਹੈ, ਆਪਾਂ ਤਾਂ ਵੀ ਜ਼ਿਆਦਾ ਕੰਮ ਨਹੀਂ ਕਰ ਸਕਦੇ। ਸੋ ਟੈਂਪਰੇਚਰ ਜਿਹੜਾ ਹੈ ਉਹ ਵੀ ਇੱਕ ਤਰ੍ਹਾਂ ਸਾਡੇ ਕੰਮ ਕਰਨ ਦੀ ਐਫੀਸ਼ੀਐਂਸੀ 'ਤੇ ਫ਼ਰਕ ਪਾਉਂਦਾ ਹੈ। ਨੰਬਰ 2 ਹਿਊਮਿਡਿਟੀ। ਹਿਊਮਿਡਿਟੀ ਮਤਲਬ ਕੀ ਹੁੰਦੀ ਹੈ, ਜਿਹੜੀ ਏਅਰ ਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਪਾਣੀ ਪ੍ਰੈਜ਼ੈਂਟ ਹੈ, ਉਹਨੂੰ ਅਸੀਂ ਕਹਿੰਦੇ ਹਿਊਮਿਡਿਟੀ, ਜਿਹਨੂੰ ਅਸੀਂ ਹਿਊਮਸ ਕਹਿੰਦੇ ਹਾਂ। ਜਿਵੇਂ ਆਪਾਂ ਦੇਖਦੇ ਹਾਂ ਅਗਸਤ ਸਤੰਬਰ ਦੇ ਮਹੀਨੇ ਦੇ ਵਿੱਚ ਗਰਮੀ ਘੱਟ ਹੁੰਦੀ ਹੈ ਬਟ ਹਿਊਮਿਡਿਟੀ ਜ਼ਿਆਦਾ ਹੁੰਦੀ ਹੈ। ਹਿਊਮਿਡਿਟੀ ਮਤਲਬ ਤੁਹਾਨੂੰ ਪਸੀਨਾ ਆਈ ਜਾਂਦਾ ਹੈ। ਠੀਕ ਹੈ, ਉਹ ਹਿਊਮਿਡਿਟੀ ਹੈ। ਨੈਕਸਟ ਆ ਗਿਆ ਵਿੰਡ। ਜਦੋਂ ਹਵਾ ਚੱਲਦੀ ਹੈ, ਤੁਸੀਂ ਦੇਖਿਆ ਹੋਏਗਾ ਜਿਹੜੇ ਮੋਸਟਲੀ ਸਾਰਿਆਂ ਨੇ ਸਾਈਕਲ ਚਲਾਇਆ ਹੋਏਗਾ, ਜਦੋਂ ਅਸੀਂ ਸਾਈਕਲ ਚਲਾਉਂਦੇ ਹਾਂ ਅਤੇ ਸਾਡੇ ਅਗੇਂਸਟ ਹਵਾ ਚੱਲਦੀ ਹੈ, ਸਾਡਾ ਕਿੰਨਾ ਜ਼ੋਰ ਲੱਗਦਾ। ਠੀਕ ਹੈ, ਇੱਦਾਂ ਹੀ ਟਰੈਕਟਰ 'ਤੇ ਵੀ ਹੁੰਦਾ ਵੀ ਵਿੰਡ ਜਿਹੜੀ ਹੈ ਉਹ ਵੀ ਅਸਰ ਪਾਉਂਦੀ ਹੈ। ਥਰਮਲ ਰੇਡੀਏਸ਼ਨ, ਜਿਹੜੀਆਂ ਰੇਡੀਏਸ਼ਨਸ ਨੇ ਥਰਮਲ, ਜਿਹੜੀਆਂ ਸੂਰਜ ਤੋਂ ਕਿਰਨਾਂ ਆ ਰਹੀਆਂ ਨੇ, ਉਹ ਰੇਡੀਏਸ਼ਨਸ ਜਿਹੜੀਆਂ ਵਿੱਚੋਂ ਨਿਕਲਦੀਆਂ ਪਈਆਂ ਨੇ, ਉਹਨਾਂ ਨੇ ਵੀ ਸਾਡੇ 'ਤੇ ਇਫੈਕਟ ਪਾਉਣਾ। ਡਸਟ ਜਿਹੜਾ ਘੱਟਾ ਉੱਡਦਾ ਪਿਆ, ਉਹਨੇ ਵੀ ਸਾਨੂੰ ਇਫੈਕਟ ਕਰਨਾ। ਠੀਕ ਹੈ, ਜਿਹੜੇ ਕੈਮੀਕਲਸ ਨੇ, ਆਪਾਂ ਮੰਨ ਲਓ ਖੇਤਾਂ ਦੇ ਵਿੱਚ ਕੈਮੀਕਲ ਯੂਜ਼ ਕਰਦੇ ਹਾਂ, ਉਹ ਕੈਮੀਕਲ ਹੁਣ ਇਹ ਤਾਂ ਨਹੀਂ ਸਾਰੇ ਖੇਤਾਂ 'ਚ ਹੀ ਵੜੀ ਜਾਣੇ ਨੇ, ਹਵਾ 'ਚ ਵੀ ਉੱਡਣੇ ਨੇ। ਜਿਹੜੇ ਏਅਰ 'ਚ ਉੱਡਣਗੇ ਉਹ ਸਾਨੂੰ ਐਕਸਪੋਜ਼ ਕਰਨਗੇ। ਠੀਕ ਹੈ, ਇੱਦਾਂ ਅਲੱਗ-ਅਲੱਗ 6 ਚੀਜ਼ਾਂ ਦੀ ਉਹਨਾਂ ਨੇ ਗੱਲ ਕੀਤੀ। ਟੈਂਪਰੇਚਰ, ਹਿਊਮਿਡਿਟੀ, ਵਿੰਡ, ਥਰਮਲ ਰੇਡੀਏਸ਼ਨ, ਡਸਟ ਅਤੇ ਕੈਮੀਕਲ। ਇਹ 6 ਦੀਆਂ 6 ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੇ ਡਰਾਈਵਰ ਨੂੰ ਜਾਂ ਓਪਰੇਟਰ ਦੇ ਉੱਤੇ ਇਫੈਕਟ ਪਾਉਣਾ। ਠੀਕ ਹੈ, ਹੁਣ ਆਪਾਂ ਜੇ ਗੱਲ ਕਰਦੇ ਹਾਂ ਟੈਂਪਰੇਚਰ ਦੀ। ਟੈਂਪਰੇਚਰ ਦਾ ਜਿਹੜਾ ਕੰਫਰਟ ਜ਼ੋਨ ਹੈ ਨਾ, 2 ਉਹਨਾਂ ਨੇ ਜ਼ੋਨ ਦਿਖਾਏ ਨੇ, ਕੰਫਰਟ ਅਤੇ ਬੀਅਰੇਬਲ। ਜੇ ਆਪਾਂ ਟੈਂਪਰੇਚਰ ਕੰਫਰਟ ਜ਼ੋਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਾਂ, ਸਹੀ ਤਰ੍ਹਾਂ ਕੰਮ ਕਰਨਾ ਚਾਹੁੰਦੇ ਹਾਂ, ਅਤੇ ਟੈਂਪਰੇਚਰ ਜਿਹੜਾ ਨਾ 18 ਡਿਗਰੀ ਸੈਲਸੀਅਸ ਤੋਂ ਲੈ ਕੇ 24 ਡਿਗਰੀ ਸੈਲਸੀਅਸ ਤੱਕ ਹੋਏਗਾ ਨਾ, ਅਤੇ ਆਪਾਂ ਕੰਫਰਟੇਬਲੀ ਕੰਮ ਕਰ ਸਕਦੇ ਹਾਂ। ਮਿਨੀਮਮ 18 ਅਤੇ ਮੈਕਸੀਮਮ 24। ਜੇ 18 ਤੋਂ ਥੱਲੇ ਚਲਾ ਗਿਆ ਸਾਨੂੰ ਠੰਡ ਲੱਗਣ ਲੱਗ ਪੈਣੀ ਹੈ। ਠੀਕ ਹੈ, ਜੇ 24 ਤੋਂ ਉੱਪਰ ਚਲਾ ਗਿਆ ਸਾਨੂੰ ਗਰਮੀ ਲੱਗਣ ਲੱਗ ਪੈਣੀ ਹੈ। ਕਿਸੇ ਵੀ ਕੰਮ ਕਰਨ ਦੇ ਲਈ ਜਿਹੜਾ ਆਪਾਂ ਕੰਫਰਟੇਬਲ ਟੈਂਪਰੇਚਰ ਚੁਣਿਆ ਗਿਆ, ਉਹ 18 ਤੋਂ ਲੈ ਕੇ 24 ਤੱਕ ਦਾ ਚੁਣਿਆ ਗਿਆ। ਬੀਅਰੇਬਲ ਕੀ ਹੈ? ਬੀਅਰੇਬਲ ਮਤਲਬ ਅਸੀਂ ਬਰਦਾਸ਼ਤ ਕਿੰਨਾ ਕਰ ਸਕਦੇ ਹਾਂ। ਉਹ ਕਹਿੰਦੇ -1 ਤੋਂ ਲੈ ਕੇ ਅਸੀਂ 38 ਡਿਗਰੀ ਤੱਕ ਅਸੀਂ ਬਰਦਾਸ਼ਤ ਕਰ ਸਕਦੇ ਹਾਂ। ਇਸ ਤੋਂ ਜ਼ਿਆਦਾ ਸਾਨੂੰ ਬਰਦਾਸ਼ਤ ਵੀ ਨਹੀਂ ਹੁੰਦਾ। ਨੋ ਡਾਊਟ ਗਰਮੀਆਂ ਦੇ ਵਿੱਚ 40 45 50 ਡਿਗਰੀ ਵੀ ਟੈਂਪਰੇਚਰ ਚਲਾ ਜਾਂਦਾ ਹੈ। ਠੀਕ ਹੈ, ਬਟ ਸਾਡੀ ਜਿਹੜੀ ਬੋਡੀ ਦੀ ਬਰਦਾਸ਼ਤ ਕਰਨ ਦੀ ਸ਼ਕਤੀ ਨਾ, ਉਹ -1 ਤੋਂ ਲੈ ਕੇ 38 ਤੱਕ ਹੈ। ਅਤੇ ਜਿਹੜੀ ਕੰਫਰਟੇਬਲੀ ਕੰਮ ਕਰਨ ਦੀ ਕਪੈਸਿਟੀ ਹੈ, ਉਹ 18 ਤੋਂ ਲੈ ਕੇ 24 ਤੱਕ ਹੈ ਟੈਂਪਰੇਚਰ। ਇੱਦਾਂ ਹੀ ਹੁਣ ਆਪਾਂ ਜੇ ਹਿਊਮਿਡਿਟੀ ਦੀ ਗੱਲ ਕਰਦੇ ਹਾਂ, ਹਿਊਮਿਡਿਟੀ ਦੇ ਯੂਨਿਟਸ ਉਹਨਾਂ ਨੇ RH ਲਿਖੇ ਨੇ, ਪਰਸੈਂਟੇਜ RH। ਕੰਫਰਟੇਬਲ ਜ਼ੋਨ ਦੇ ਵਿੱਚ ਆਪਾਂ ਜੇ ਕੰਮ ਕਰਨਾ ਚਾਹੁੰਦੇ ਹਾਂ, ਅਤੇ 30 ਤੋਂ ਲੈ ਕੇ 70, 30 ਤੋਂ ਲੈ ਕੇ 70 ਤੱਕ ਜੇ ਹਿਊਮਿਡਿਟੀ ਹੋਵੇ ਤਾਂ ਅਸੀਂ ਕੰਫਰਟੇਬਲੀ ਕੰਮ ਕਰ ਸਕਦੇ ਹਾਂ। ਉੱਦਾਂ ਬੀਅਰ ਕਰਨ ਨੂੰ ਅਸੀਂ 10 ਤੋਂ ਲੈ ਕੇ 90 ਹਿਊਮਿਡਿਟੀ ਤੱਕ ਵੀ ਬੀਅਰ ਕਰ ਸਕਦੇ ਹਾਂ। 2 ਉਹਨਾਂ ਨੇ ਚੀਜ਼ਾਂ ਦੱਸੀਆਂ ਨੇ। ਠੀਕ ਹੈ, ਇੱਕ ਬੀਅਰੇਬਲ ਹੈ, ਇੱਕ ਕੰਫਰਟ ਹੈ। ਆਪਾਂ ਕੰਫਰਟ ਵੀ ਦੇਖਣਾ ਹੈ ਅਤੇ ਦੂਜੇ ਸਾਈਡ 'ਤੇ ਆਪਾਂ ਬੀਅਰੇਬਲ ਵੀ ਦੇਖਣਾ, ਵੀ ਆਪਾਂ ਬੀਅਰ ਕਿੰਨਾ ਕਰ ਸਕਦੇ ਹਾਂ, ਮੈਕਸੀਮਮ ਤੋਂ ਮੈਕਸੀਮਮ ਬਰਦਾਸ਼ਤ ਕਿੰਨਾ ਕਰ ਸਕਦੇ ਹਾਂ। 30 ਤੋਂ ਲੈ ਕੇ 70 ਤੱਕ ਜਿਹੜਾ ਕੰਫਰਟੇਬਲ ਜ਼ੋਨ ਹੈ। ਜੇ ਆਪਾਂ ਅੱਜ ਦੀ ਗੱਲ ਕਰਦੇ ਹਾਂ ਨਾ, ਅੱਜ ਸਾਡੇ ਏਰੀਆ ਦੇ ਵਿੱਚ, ਸਾਡੇ ਜਲੰਧਰ ਦੇ ਵਿੱਚ 31% ਹਿਊਮਿਡਿਟੀ ਹੈ। ਅੱਜ ਦੀ ਡੇਟ 'ਚ ਆਪਾਂ ਜੇ ਦੇਖੀਏ, ਅੱਜ ਹਿਊਮਿਡਿਟੀ ਹੈ 31%, ਮਤਲਬ ਆਪਾਂ ਕੰਫਰਟੇਬਲ ਜ਼ੋਨ ਦੇ ਵਿੱਚ ਹਾਂ। ਅਤੇ ਇਹ ਵਾਲਾ ਮੌਸਮ ਕਿੱਦਾਂ ਦਾ? ਇਹ ਕੰਫਰਟੇਬਲ ਮੌਸਮ ਹੈ। ਨਾ ਹੀ ਤੁਹਾਨੂੰ ਜ਼ਿਆਦਾ ਪਸੀਨਾ ਆਉਂਦਾ, ਠੀਕ ਹੈ, ਨਾ ਹੀ ਤੁਹਾਨੂੰ ਜ਼ਿਆਦਾ ਗਰਮੀ ਲੱਗਦੀ ਪਈ ਹੈ, ਨਾ ਹੀ ਤੁਹਾਨੂੰ ਜ਼ਿਆਦਾ ਠੰਡ ਲੱਗਦੀ ਪਈ ਹੈ। ਮਤਲਬ ਇੱਕ ਨੋਰਮਲ ਜਿਹਾ ਮੌਸਮ ਹੈ। ਮਾਰਚ ਅਪ੍ਰੈਲ ਦਾ ਮੌਸਮ ਜਿਹੜਾ ਉਹਨੂੰ ਨੋਰਮਲ ਹੀ ਮੰਨਿਆ ਗਿਆ, ਮਤਲਬ ਇਹਦੇ 'ਚ ਹਿਊਮਿਡਿਟੀ ਜਿਹੜੀ ਹੈ ਉਹ ਸਹੀ ਰਹਿੰਦੀ ਹੈ। ਅਤੇ ਟੈਂਪਰੇਚਰ ਦੀ ਆਪਾਂ ਜੇ ਗੱਲ ਕਰਦੇ ਪਏ ਹਾਂ, ਟੈਂਪਰੇਚਰ ਥੋੜ੍ਹਾ ਜਿਹਾ ਜ਼ਿਆਦਾ ਅੱਜ, ਟੈਂਪਰੇਚਰ ਅਰਾਊਂਡ 34 ਦੇ ਅਰਾਊਂਡ ਹੈ।
ठीक है, मतलब कंफर्ट जोन ਦੇ ਵਿੱਚੋਂ ਟੈਂਪਰੇਚਰ ਬਾਹਰ ਹੈ, ਜਿੰਨਾ ਆਪਾਂ ਕੰਫਰਟ ਜ਼ੋਨ ਜਿਹਨੂੰ ਆਪਾਂ ਮੰਨਦੇ ਹਾਂ 18-24 ਚੋਂ ਉਹਦੇ ਤੋਂ ਬਾਹਰ ਹੈ। ਅਤੇ ਹਿਊਮਿਡਿਟੀ ਜਿਹੜੀ ਹੈ 31% ਹੈ, ਉਹ ਕੰਫਰਟ ਜ਼ੋਨ ਦੇ ਵਿੱਚ ਹੈ। ਸੋ ਹਿਊਮਿਡਿਟੀ ਅਤੇ ਟੈਂਪਰੇਚਰ ਦੋ ਚੀਜ਼ਾਂ ਨੇ ਜਿਹੜੀਆਂ ਸਾਡੇ ਕੰਮ ਕਰਨ 'ਤੇ ਇਫੈਕਟ ਪਾਉਂਦੀਆਂ ਨੇ। ਹੁਣ ਉਹਨਾਂ ਨੇ ਤੀਜੀ ਗੱਲ ਕੀਤੀ ਹੈ ਵੈਂਟੀਲੇਸ਼ਨ। ਵੈਂਟੀਲੇਸ਼ਨ ਕੀ ਹੈ? ਕਿਸੇ ਚੀਜ਼ ਦਾ ਬਾਹਰ ਨਿਕਲਣਾ, ਏਅਰ ਦਾ ਬਾਹਰ ਨਿਕਲਣਾ। ਮੰਨ ਲਓ ਆਪਾਂ ਰੂਮ 'ਚ ਬੈਠੇ ਹਾਂ, ਸਾਡੇ ਰੂਮ ਦੇ ਵਿੱਚ 50 ਸਟੂਡੈਂਟਸ ਬੈਠੇ ਨੇ, ਉਹ 50 ਸਟੂਡੈਂਟ ਜਦੋਂ ਅੰਦਰ ਬੈਠ ਜਾਣਗੇ, ਅੰਦਰ ਇੱਕ ਤਰ੍ਹਾਂ ਘੁਟਨ ਪੈਦਾ ਹੋ ਜਾਏਗੀ, ਹਿਊਮਿਡਿਟੀ ਉਹ ਮਤਲਬ ਵੈਂਟੀਲੇਟ ਨਹੀਂ ਹੋਏਗਾ, ਮਤਲਬ ਅੰਦਰ ਦੀ ਏਅਰ ਜਿਹੜੀ ਬਾਹਰ ਨਹੀਂ ਜਾ ਪਾਏਗੀ। ਉਹ ਕਹਿੰਦੇ ਵੈਂਟੀਲੇਸ਼ਨ ਵੀ ਹੋਣੀ ਜ਼ਰੂਰੀ ਹੈ। ਅਤੇ ਵੈਂਟੀਲੇਸ਼ਨ ਕਿੰਨੀ ਹੋਣੀ ਚਾਹੀਦੀ ਹੈ? ਜੇ ਕੰਫਰਟ ਜ਼ੋਨ ਦੀ ਗੱਲ ਕਰਦੇ ਹਾਂ 0.37 ਮੀਟਰ ਕਿਊਬ ਪਰ ਮਿੰਟ ਤੋਂ ਲੈ ਕੇ 0.57 ਮੀਟਰ ਕਿਊਬ ਪਰ ਮਿੰਟ ਤੱਕ। ਇਹ ਮਤਲਬ 1 ਮਿੰਟ ਦੇ ਵਿੱਚ 0.37 ਮੀਟਰ ਕਿਊਬ ਏਅਰ ਜਿਹੜੀ ਹੈ ਉਹ ਰੂਮ 'ਚੋਂ ਬਾਹਰ ਜਾਵੇ ਅਤੇ ਬਾਹਰੋਂ ਫਰੈਸ਼ ਏਅਰ ਜਿਹੜੀ ਹੈ ਅੰਦਰ ਆਵੇ। ਅਤੇ ਬੀਅਰੇਬਲ ਕਿੰਨੀ ਹੈ? ਅਸੀਂ ਬੀਅਰ ਕਿੰਨੀ ਕਰ ਸਕਦੇ ਹਾਂ? ਵੈਂਟੀਲੇਸ਼ਨ 0.14 ਮੀਟਰ ਕਿਊਬ ਪਰ ਮਿੰਟ ਤੋਂ ਲੈ ਕੇ 1.4 ਮੀਟਰ ਕਿਊਬ ਮਿੰਟ ਤੱਕ ਅਸੀਂ ਵੈਂਟੀਲੇਸ਼ਨ ਜਿਹੜੀ ਹੈ ਉਹ ਬੀਅਰ ਕਰ ਸਕਦੇ ਹਾਂ। ਇੱਦਾਂ ਹੀ ਆਪਾਂ ਹੁਣ ਜਦੋਂ ਕਾਰ 'ਚ ਡਰਾਈਵ ਕਰਦੇ ਹਾਂ, ਕਾਰ 'ਚ ਆਪਾਂ ਸ਼ੀਸ਼ੇ ਬੰਦ ਕਰਕੇ ਡਰਾਈਵ ਕਰਦੇ ਹਾਂ, ਅੰਦਰ ਘੁਟਨ ਪੈਦਾ ਹੋ ਜਾਂਦੀ ਹੈ। ਉਸ ਘੁਟਨ ਨੂੰ ਦੂਰ ਕਰਨ ਦੇ ਲਈ ਸਾਨੂੰ AC ਔਨ ਕਰਨਾ ਪੈਂਦਾ। ਠੀਕ ਹੈ, AC ਦੇ ਵੀ ਦੋ ਮੋਡ ਹੁੰਦੇ ਨੇ, ਅੰਦਰ ਵਾਲੀ ਏਅਰ ਅਤੇ ਬਾਹਰ ਵਾਲੀ ਏਅਰ। ਉਹ ਜਦੋਂ ਅਸੀਂ ਬਾਹਰ ਵਾਲੀ ਏਅਰ ਨੂੰ ਸਿਲੈਕਟ ਕਰਦੇ ਹਾਂ ਉਦੋਂ ਸਾਨੂੰ ਜਿਹੜਾ ਕੰਫਰਟ ਹੈ ਉਹ ਜ਼ਿਆਦਾ ਮਿਲਦਾ। ਕਿਉਂ ਕੰਫਰਟ ਜ਼ਿਆਦਾ ਮਿਲਦਾ? ਕਿਉਂਕਿ ਵੈਂਟੀਲੇਸ਼ਨ ਹੋਣੀ ਸਟਾਰਟ ਹੋ ਜਾਂਦੀ ਹੈ। ਮਤਲਬ ਜਿਹੜੀ ਅੰਦਰ ਵਾਲੀ ਏਅਰ ਹੈ ਨਾ ਉਹ ਬਾਹਰ ਜਾਣੀ ਸਟਾਰਟ ਕਰ ਦਿੰਦੀ ਹੈ, ਅਤੇ ਉਹਦੀ ਜਿਹੜੀ ਲਿਮਿਟ ਹੈ ਨਾ ਉਹ ਕੰਫਰਟ ਜ਼ੋਨ ਦੇ ਵਿੱਚ ਵੇਰੀ ਕਰਦੀ ਹੈ 0.37 ਤੋਂ ਲੈ ਕੇ 0.57 ਤੱਕ। ਬੀਅਰੇਬਲ ਜਿਹੜੀ ਹੈ ਉਹ ਜ਼ਿਆਦਾ ਹੈ। ਸੋ ਪਹਿਲਾਂ ਆਪਾਂ ਜਿਹੜੀ ਚੀਜ਼ ਸਟੱਡੀ ਕੀਤੀ ਵੀ ਇਨਵਾਇਰਮੈਂਟ ਜਿਹੜਾ ਹੈ ਉਹ ਵੀ ਸਾਡੇ ਕੰਮ ਕਰਨ 'ਤੇ ਇਫੈਕਟ ਪਾਉਂਦਾ। ਉਹਦੇ 'ਚ ਟੈਂਪਰੇਚਰ, ਹਿਊਮਿਡਿਟੀ, ਵਿੰਡ, ਥਰਮਲ ਰੇਡੀਏਸ਼ਨ, ਡਸਟ ਅਤੇ ਕੈਮੀਕਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਵਿੰਡ ਦੀ ਸਪੀਡ ਜਿਹੜੀ ਹੈ ਉਹ ਵੀ ਇਫੈਕਟ ਪਾਉਂਦੀ ਹੈ। ਹੁਣ ਜੇ ਆਪਾਂ ਅੱਜ ਗੱਲ ਕਰਦੇ ਹਾਂ ਜਲੰਧਰ ਦੇ ਵਿੱਚ, ਅਤੇ 19 ਕਿਲੋਮੀਟਰ ਪਰ ਆਵਰ ਦੀ ਵਿੰਡ ਇਸ ਟਾਈਮ ਸਪੀਡ ਹੈ। 19 ਕਿਲੋਮੀਟਰ ਪਰ ਆਵਰ, 1 ਘੰਟੇ ਵਿੱਚ 19 ਕਿਲੋਮੀਟਰ ਦੀ ਸਪੀਡ 'ਤੇ ਵਿੰਡ ਜਿਹੜੀ ਹੈ ਉਹ ਬਲੋ ਕਰਦੀ ਪਈ ਹੈ। ਕਈ ਵਾਰ ਵਿੰਡ ਦੀ ਸਪੀਡ ਜ਼ਿਆਦਾ ਹੁੰਦੀ ਹੈ ਜਦੋਂ ਮੀਂਹ ਵਗੈਰਾ ਆਉਂਦਾ, ਪਹਿਲੇ ਹਨੇਰੀ ਵਗੈਰਾ ਚੱਲਦੀ, ਉਦੋਂ ਵਿੰਡ ਦੀ ਸਪੀਡ ਵੱਧ ਵੀ ਜਾਂਦੀ ਹੈ। ਸੋ ਇਹ ਸਾਰੀਆਂ 6 ਚੀਜ਼ਾਂ ਨੇ ਜਿਹੜੀਆਂ ਸਾਨੂੰ ਇਫੈਕਟ ਕਰਦੀਆਂ ਨੇ। ਇਹਨਾਂ 6 ਚੀਜ਼ਾਂ ਦਾ ਖਿਆਲ ਰੱਖਣਾ ਪਏਗਾ ਟਰੈਕਟਰ ਨੂੰ ਡਿਜ਼ਾਈਨ ਕਰਨ ਲੱਗਿਆ। ਨੈਕਸਟ ਆ ਗਿਆ ਓਪਰੇਟਰ ਐਕਸਪੋਜ਼ਰ ਟੂ ਨੋਇਸ। ਜਿਹੜਾ ਓਪਰੇਟਰ ਹੈ ਉਹ ਨੋਇਸ ਜਿਹੜੀ ਆਵਾਜ਼ ਪੈਦਾ ਹੁੰਦੀ ਪਈ ਟਰੈਕਟਰ ਦੀ, ਉਹਨੂੰ ਕਿੰਨਾ ਕੁ ਬੀਅਰ ਕਰ ਸਕਦਾ ਹੈ। ਉਹਦੇ ਲਈ ਕੀ ਕਹਿੰਦੇ ਨੇ ਉਹ, ਇਟ ਹੈਜ਼ ਬੀਨ ਓਬਜ਼ਰਵਡ ਦੈਟ 40 ਆਵਰਸ ਆਫ ਐਕਸਪੋਜ਼ਰ ਪਰ ਵੀਕ to second levels of 90 dB or greater will produce permanent hearing loss। ਕਹਿੰਦੇ ਆ ਓਬਜ਼ਰਵ ਕੀਤਾ ਗਿਆ ਹੈ ਜੇ ਇੱਕ ਹਫ਼ਤੇ ਦੇ ਵਿੱਚ 40 ਘੰਟੇ ਤੁਸੀਂ 90 ਡੈਸੀਬਲ ਜਾਂ ਉਹਦੇ ਤੋਂ ਜ਼ਿਆਦਾ ਕੁਆਂਟਿਟੀ ਦੀ ਨੋਇਸ ਨੂੰ ਸੁਣੋਗੇ ਅਤੇ ਤੁਹਾਡੇ ਜਿਹੜੇ ਕੰਨ ਨੇ ਉਹ ਪਰਮਾਨੈਂਟਲੀ ਫੇਲ ਕਰ ਜਾਣਗੇ। हेयरिंग लॉस ਤੁਹਾਨੂੰ ਹੋਏਗਾ ਪਰਮਾਨੈਂਟ। ਠੀਕ ਹੈ, ਇਟ ਹੈਜ਼ ਬੀਨ ਓਬਜ਼ਰਵ ਦੈਟ 40 ਆਵਰਸ ਆਫ ਐਕਸਪੋਜ਼ਰ ਪਰ ਵੀਕ। ਇੱਕ ਹਫ਼ਤੇ ਦੇ ਵਿੱਚ ਜੇ ਆਪਾਂ ਇਹ ਗੱਲ ਕਰਦੇ ਹਾਂ ਇੱਕ ਦਿਨ ਦੇ ਵਿੱਚ ਟੋਟਲ 24 ਘੰਟੇ ਨੇ। ਠੀਕ ਹੈ, ਅਤੇ ਇੱਕ ਹਫ਼ਤੇ 'ਚ ਕਿੰਨੇ ਘੰਟੇ ਹੋ ਗਏ? 168 ਘੰਟੇ, 168 ਆਵਰਸ ਹੁੰਦੇ ਨੇ ਇੱਕ ਹਫ਼ਤੇ ਦੇ ਵਿੱਚ। ਹੁਣ ਜੇ 168 ਘੰਟਿਆਂ ਦੇ ਵਿੱਚੋਂ ਉਹ ਕਹਿੰਦੇ ਜੇ 168 ਘੰਟਿਆਂ ਦੇ ਵਿੱਚੋਂ 40 ਘੰਟੇ ਵੀ ਤੁਸੀਂ ਇਹ ਆਵਾਜ਼ ਸੁਣ ਲਈ 90 ਡੈਸੀਬਲ ਵਾਲੀ, 40 ਘੰਟੇ ਮਤਲਬ ਕਿੰਨੇ ਪਰਸੈਂਟ ਹੋ ਗਿਆ? ਸਿਰਫ 23-24%। ਜੇ ਤੁਸੀਂ 40 ਘੰਟੇ ਵੀ ਉਸ ਆਵਾਜ਼ ਨੂੰ ਸੁਣਦੇ ਹੋ ਜਿਹੜੀ 90 ਡੈਸੀਬਲ ਜਾਂ ਉਸ ਤੋਂ ਜ਼ਿਆਦਾ ਹੈ, DB ਹੁੰਦਾ ਡੈਸੀਬਲ ਨੋਇਸ ਦੇ ਯੂਨਿਟਸ ਨੇ, ਉਸ ਤੋਂ ਜ਼ਿਆਦਾ ਵਾਲੀ ਆਵਾਜ਼ ਨੂੰ ਜੇ ਤੁਸੀਂ 40 ਘੰਟੇ ਇੱਕ ਹਫ਼ਤੇ ਸੁਣਦੇ ਹੋ ਅਤੇ ਤੁਹਾਡੇ ਜਿਹੜੇ ਕੰਨ ਨੇ ਉਹ ਕੰਮ ਕਰਨਾ ਬੰਦ ਕਰ ਦੇਣਗੇ, ਤੁਹਾਨੂੰ ਪਰਮਾਨੈਂਟ ਹੇਅਰਿੰਗ ਲੋਸ ਹੋ ਜਾਏਗਾ। ਨੋਇਸ ਇੰਡਿਊਸਡ ਹੇਅਰਿੰਗ ਲੋਸ ਡਜ਼ ਨੋਟ ਅਕਰ ਇਨ ਏ ਸਡਨ ਮੈਨਰ ਅਨਲੈਸ ਦੀ ਨੋਇਸ ਐਕਸਪੋਜ਼ਰ ਇਜ਼ ਐਕਸਟ੍ਰੀਮਲੀ ਸੀਵੀਅਰ। ਕਹਿੰਦੇ ਐ ਨਹੀਂ ਵੀ ਤੁਸੀਂ ਇੱਕ ਹਫ਼ਤਾ ਲਗਾਤਾਰ 40 ਘੰਟੇ 90 ਡੈਸੀਬਲ ਦੀ ਆਵਾਜ਼ ਸੁਣੀ ਅਤੇ ਤੁਹਾਡੇ ਹਫ਼ਤੇ ਬਾਅਦ ਹੀ ਕੰਨ ਖਰਾਬ ਹੋ ਜਾਣੇ ਨੇ। ਇੱਦਾਂ ਨਹੀਂ ਹੁੰਦਾ, ਇੱਕਦਮ ਨਹੀਂ ਕੰਨ ਖਰਾਬ ਹੋਣਗੇ ਤੁਹਾਡੇ, ਹੌਲੀ ਹੌਲੀ ਤੁਹਾਡੀ ਜਿਹੜੀ ਹੇਅਰਿੰਗ ਲੋਸ ਹੈ ਉਹਦੇ ਨਾਲ ਜਿਹੜਾ ਹੋਣਾ ਸਟਾਰਟ ਹੋਏਗਾ। ਇੱਕਦਮ ਕਦੀ ਵੀ ਨਹੀਂ ਹੋਏਗਾ, ਹਮੇਸ਼ਾ ਹੌਲੀ ਹੋਏਗਾ। ਓਕੂਪੇਸ਼ਨਲ ਸੇਫਟੀ ਐਂਡ ਹੈਲਥ ਨੋਇਸ ਕ੍ਰਾਈਟੀਰੀਆ, ਉਹਨਾਂ ਨੇ ਇੱਕ ਕ੍ਰਾਈਟੀਰੀਆ ਬਣਾਇਆ। ਉਹ ਕਹਿੰਦੇ ਜੇ ਤੁਸੀਂ ਦਿਨ ਦੇ ਵਿੱਚ ਆਵਾਜ਼ ਸੁਣਨੀ ਹੈ 90 ਡੈਸੀਬਲ ਦੀ, ਅਤੇ ਉਹਨਾਂ ਨੇ ਕੀ ਕਿਹਾ 8 ਘੰਟੇ ਤੋਂ ਜ਼ਿਆਦਾ ਆਵਾਜ਼ ਜਿਹੜੀ ਹੈ ਉਹ ਨਹੀਂ ਸੁਣਨੀ। ਡਿਊਰੇਸ਼ਨ ਪਰ ਡੇ, ਇੱਧਰ
ਜਿਹੜੇ ਲਿਖੇ ਨੇ ਉਹ ਲਿਖੇ ਨੇ ਔਰਸ, ਇੱਥੇ ਜਿਹੜੇ ਲਿਖੇ ਨੇ ਉਹ ਲਿਖੇ ਨੇ ਸਾਊਂਡ ਲੈਵਲ। ਠੀਕ ਹੈ, ਜੇ 90 ਡੈਸੀਬਲ ਦੀ ਆਵਾਜ਼ ਹੈ ਉਹਨੂੰ ਤੁਸੀਂ 8 ਘੰਟੇ ਤੋਂ ਜ਼ਿਆਦਾ ਨਹੀਂ ਸੁਣਨਾ। ਜੇ 92 ਡੈਸੀਬਲ ਦੀ ਆਵਾਜ਼ ਹੈ ਉਹਨੂੰ ਤੁਸੀਂ 6 ਘੰਟੇ ਤੋਂ ਜ਼ਿਆਦਾ ਨਹੀਂ ਸੁਣਨਾ। ਠੀਕ ਹੈ, ਇੱਦਾਂ ਹੀ ਜੇ 95 ਡੈਸੀਬਲ ਹੈ ਉਹਨੂੰ ਤੁਸੀਂ 4 ਘੰਟੇ ਤੋਂ ਵੱਧ ਰੋਜ਼ ਦਾ ਨਹੀਂ ਸੁਣਨਾ। ਠੀਕ ਹੈ, ਇੱਦਾਂ ਕਰਦੇ 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 ਲਾਸਟ ਉਹਨਾਂ ਨੇ 115 ਡੈਸੀਬਲ ਕਹਿ ਦਿੱਤਾ। ਕਹਿੰਦੇ 115 ਡੈਸੀਬਲ ਦੀ ਆਵਾਜ਼ ਜਿਹੜੀ ਨਾ, ਜੇ ਤੁਸੀਂ ਦਿਨ ਦੇ ਵਿੱਚ 15 ਮਿੰਟ ਵੀ ਸੁਣ ਲੈਂਦੇ ਹੋ ਨਾ, ਅਤੇ ਤੁਹਾਨੂੰ ਜਿਹੜਾ ਹੀਅਰਿੰਗ ਲੋਸ ਹੈ ਉਹ ਹੋਣਾ ਸਟਾਰਟ ਹੋ ਜਾਏਗਾ। ਸੋ ਜਦੋਂ ਵੀ ਆਪਾਂ ਟਰੈਕਟਰ ਨੂੰ ਡਿਜ਼ਾਈਨ ਕਰਨਾ ਹੈ, ਉਹ ਕਿੰਨੇ ਡੈਸੀਬਲ ਦੀ ਆਵਾਜ਼ ਪੈਦਾ ਕਰਦਾ ਪਿਆ ਉਸ ਚੀਜ਼ ਨੂੰ ਮਾਈਂਡ ਦੇ ਵਿੱਚ ਰੱਖਣਾ ਹੈ। ਵੀ ਜੇ ਕੋਈ ਡਰਾਈਵਰ ਹੈ ਟਰੈਕਟਰ ਚਲਾਉਂਦਾ ਹੈ, ਉਹ ਦਿਹਾੜੀ ਦੇ ਵਿੱਚ ਕਿੰਨੇ ਘੰਟੇ ਕੰਮ ਕਰ ਸਕਦਾ ਟਰੈਕਟਰ 'ਤੇ, ਇਹ ਮੈਨੂਅਲ ਦੇ ਵਿੱਚ ਲਿਖਿਆ ਜਾਊਗਾ ਵੀ ਇਹ ਟਰੈਕਟਰ ਦੀ ਇੰਨੀ ਆਵਾਜ਼ ਹੈ, ਇੰਨੇ ਡੈਸੀਬਲ ਸਾਊਂਡ ਪੈਦਾ ਕਰਦਾ ਪਿਆ, ਅਤੇ ਇੰਨੇ ਘੰਟੇ ਤੋਂ ਬਾਅਦ ਇਹਦੇ 'ਤੇ ਕੰਮ ਕਰੋਗੇ ਤਾਂ ਤੁਹਾਡਾ ਆਪਣਾ ਨੁਕਸਾਨ ਹੈ। ਇਸ ਕਰਕੇ ਜਦੋਂ ਵੀ ਟਰੈਕਟਰ ਡਿਜ਼ਾਈਨ ਹੋਏਗਾ, ਇਸ ਚੀਜ਼ ਨੂੰ ਵੀ ਮਾਈਂਡ ਦੇ ਵਿੱਚ ਰੱਖਿਆ ਜਾਏਗਾ ਵੀ ਉਹ ਨੋਇਜ਼ ਨੂੰ ਕਿੱਦਾਂ ਐਕਸਪੋਜ਼ ਕਰਦਾ ਪਿਆ ਡਰਾਈਵਰ। ਓਪਰੇਟਰ ਐਕਸਪੋਜ਼ਰ ਟੂ ਵਾਈਬ੍ਰੇਸ਼ਨਸ। ਹੁਣ ਗੱਲ ਕਰਦੇ ਹਾਂ ਵਾਈਬ੍ਰੇਸ਼ਨਸ ਦੀ। ਵੀ ਜਦੋਂ ਗੱਡੀ ਆਪਣਾ ਟਰੈਕਟਰ ਚੱਲਣਾ, ਰੋਡ ਦੇ ਉੱਤੇ ਜਿਹੜੇ ਖੱਡੇ ਨੇ, ਖੇਤਾਂ ਦੇ ਵਿੱਚ ਜਿਹੜੇ ਖੱਡੇ ਨੇ, ਉਹਨਾਂ ਨੇ ਸ਼ੌਕਸ ਪੈਦਾ ਕਰਕੇ ਤੁਹਾਡੀ ਬਾਡੀ ਨੂੰ ਦੇਣੇ ਨੇ। ਤੁਹਾਡੀ ਬਾਡੀ ਦੇ ਵਿੱਚ ਵਾਈਬ੍ਰੇਸ਼ਨਸ ਜਾਣੀਆਂ ਨੇ, ਉਹਨਾਂ ਵਾਈਬ੍ਰੇਸ਼ਨਸ ਦੇ ਨਾਲ ਤੁਹਾਡੀ ਬਾਡੀ 'ਤੇ ਕੀ ਇਫੈਕਟ ਪੈਂਦਾ ਹੈ। ਐਕਸਪੋਜ਼ਰ ਆਫ ਦੀ ਹਿਊਮਨ ਬੋਡੀ ਟੂ ਵਾਈਬ੍ਰੇਸ਼ਨ ਕੈਨ ਰਿਜ਼ਲਟ ਇਨ ਬਾਇਓਲੋਜੀਕਲ, ਮਕੈਨੀਕਲ, ਫਿਜ਼ੀਓਲੋਜੀਕਲ ਐਂਡ ਸਾਈਕੋਲੋਜੀਕਲ ਇਫੈਕਟ। ਕਹਿੰਦੀ ਹੈ ਜਿਹੜੀ ਵਾਈਬ੍ਰੇਸ਼ਨਸ ਨੇ ਨਾ, ਇਹ ਤੁਹਾਡੇ 'ਤੇ ਚਾਰੋਂ ਤਰ੍ਹਾਂ ਦੇ ਇਫੈਕਟ ਪਾਉਂਦੀ ਹੈ। ਬਾਇਓਲੋਜੀਕਲ, ਮਕੈਨੀਕਲ, ਫਿਜ਼ੀਓਲੋਜੀਕਲ ਅਤੇ ਸਾਈਕੋਲੋਜੀਕਲ। ਮਤਲਬ ਸਾਈਕੋਲੋਜੀਕਲ ਦਾ ਮਤਲਬ ਹੋ ਗਿਆ ਤੁਹਾਡੇ ਦਿਮਾਗ 'ਤੇ, ਤੁਹਾਡੀ ਸੋਚਣ ਸ਼ਕਤੀ 'ਤੇ ਵੀ ਇਫੈਕਟ ਪਏਗਾ ਵਾਈਬ੍ਰੇਸ਼ਨਸ ਦਾ। ਫਿਜ਼ੀਓਲੋਜੀਕਲ ਹੋ ਗਿਆ ਤੁਹਾਡੀ ਬਾਡੀ ਨੂੰ, ਬਾਡੀ ਦੀ ਜਿਹੜੀ ਬਣਤਰ ਹੈ, ਬਾਡੀ ਦੀ ਜਿਹੜੀ ਬਣਾਵਟ ਹੈ, ਉਹਦੇ 'ਚ ਜਿਵੇਂ ਮੰਨ ਲਓ ਤੁਹਾਡੇ ਦਰਦਾਂ ਸਟਾਰਟ ਹੋ ਜਾਣਗੀਆਂ, ਵਾਈਬ੍ਰੇਸ਼ਨਸ ਤੁਸੀਂ ਲਗਾਤਾਰ ਸਹਿੰਦੇ ਪਏ ਹੋ, ਤੁਹਾਡੇ ਕਦੀ ਪੈਰ ਦਰਦ ਹੋਣ ਲੱਗ ਪਿਆ, ਕਦੀ ਤੁਹਾਡੀ ਸਪਾਈਨ ਦਰਦ ਕਰਨ ਲੱਗ ਪਈ। ਇੱਦਾਂ ਹੀ ਮਕੈਨੀਕਲ ਚੇਂਜਿਸ ਵੀ ਆਉਣਗੀਆਂ ਤੁਹਾਡੀ ਬਾਡੀ ਦੇ ਵਿੱਚ ਵਾਈਬ੍ਰੇਸ਼ਨਸ ਕਰਕੇ, ਅਤੇ ਤੁਹਾਡੀ ਬਾਡੀ ਦੇ ਵਿੱਚ ਬਾਇਓਲੋਜੀਕਲ ਚੇਂਜਿਸ ਵੀ ਆਉਣਗੀਆਂ। ਬਾਇਓਲੋਜੀਕਲ ਚੇਂਜਿਸ ਮਤਲਬ ਬਾਡੀ ਦਾ ਜਿਹੜਾ ਇੰਟਰਨਲ ਹੈ, ਜਿਵੇਂ ਮਸਲਸ ਨੇ, ਬਲੱਡ ਦੇ ਅੰਦਰ, ਉਹਨਾਂ ਦੇ ਵਿੱਚ ਵੀ ਇਫੈਕਟ ਪੈਣਾ ਸਟਾਰਟ ਹੋਏਗਾ ਡਿਊ ਟੂ ਵਾਈਬ੍ਰੇਸ਼ਨਸ। ਸੋ ਜਿਹੜੀਆਂ ਵਾਈਬ੍ਰੇਸ਼ਨਸ ਨੇ ਇਹ 4 ਤਰੀਕੇ ਨਾਲ ਬੰਦੇ ਨੂੰ ਇਫੈਕਟ ਕਰਦੀਆਂ: ਬਾਇਓਲੋਜੀਕਲ, ਮਕੈਨੀਕਲ, ਫਿਜ਼ੀਓਲੋਜੀਕਲ ਐਂਡ ਸਾਈਕੋਲੋਜੀਕਲ। Ride vibration intensities are normally positive, correlated with ground speed, and often become intolerable as the speed is increased। ਕਹਿੰਦੇ ਆਪਾਂ ਮੰਨ ਲਓ ਬਾਈਕ 'ਤੇ ਜਾਂਦੇ ਪਏ ਹਾਂ, ਠੀਕ ਹੈ, ਰੋਡ ਖਰਾਬ ਹੈ, ਤੁਹਾਨੂੰ ਥੋੜ੍ਹੀ ਦੇਰ 'ਤੇ ਮਹਿਸੂਸ ਨਹੀਂ ਹੋਏਗਾ, ਬਟ ਥੋੜ੍ਹੀ ਦੇਰ ਬਾਅਦ ਤੁਹਾਨੂੰ ਕੀ ਹੋਏਗਾ, ਮਹਿਸੂਸ ਹੋਣ ਲੱਗ ਪਏਗਾ ਵੀ ਤੁਹਾਡੀ ਬਾਡੀ ਜਿਹੜੀ ਹੈ ਉਹ ਪੇਨ ਕਰਨ ਲੱਗ ਪਏਗੀ, ਥੱਕਣ ਲੱਗ ਪਏਗੀ ਬਾਡੀ। ਜਿੱਦਾਂ ਜਿੱਦਾਂ ਤੁਹਾਡੀ ਸਪੀਡ ਇੰਕਰੀਜ਼ ਹੁੰਦੀ ਜਾਏਗੀ, ਉੱਦਾਂ ਉੱਦਾਂ ਇਹ ਜਿਹੜੀਆਂ ਵਾਈਬ੍ਰੇਸ਼ਨਸ ਨੇ ਇਹ ਵੀ ਇਨਟੋਲਰੇਬਲ ਹੋ ਜਾਣਗੀਆਂ। ਇਨਟੋਲਰੇਬਲ ਮਤਲਬ ਬਰਦਾਸ਼ਤ ਨਹੀਂ ਹੋਣਗੀਆਂ, ਤੁਹਾਡੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਚਲੀਆਂ ਜਾਣਗੀਆਂ, ਇੰਨੀਆਂ ਵਾਈਬ੍ਰੇਸ਼ਨਸ ਵੱਧ ਜਾਣਗੀਆਂ। ਇਹ ਸਰਵੇ ਰਿਵੀਲ ਦੈਟ ਅਬਾਊਟ 76% ਆਫ ਟਰੈਕਟਰ ਡਰਾਈਵਰਸ ਹੈਡ ਸਟੋਮੈਕ ਕੰਪਲੇਂਟਸ। ਕਹਿੰਦੇ ਇੱਕ ਸਰਵੇ ਕੀਤਾ ਗਿਆ, ਅਤੇ ਉਸ ਸਰਵੇ ਤੋਂ ਇਹ ਪਤਾ ਲੱਗਿਆ ਵੀ ਜਿਹੜੇ ਟਰੈਕਟਰ ਦੇ ਡਰਾਈਵਰ ਨੇ ਨਾ, ਜਿਹੜੇ ਟਰੈਕਟਰ ਨੂੰ ਡਰਾਈਵ ਕਰਦੇ ਨੇ, ਉਹਨਾਂ 'ਚੋਂ 76% ਇੱਦਾਂ ਦੇ ਨੇ ਜਿਨ੍ਹਾਂ ਨੂੰ ਕੋਈ ਨਾ ਕੋਈ ਪੇਟ ਦੀ ਪ੍ਰੋਬਲਮ ਹੈ। ਠੀਕ ਹੈ, ਸਟਮਕ ਕੰਪਲੇਂਟ, ਉਹਨਾਂ ਨੂੰ ਪੇਟ ਦੀ ਕੋਈ ਪ੍ਰੋਬਲਮ ਹੈ। ਕਿਉਂ ਪ੍ਰੋਬਲਮ ਹੈ? ਵੀ ਟਰੈਕਟਰ 'ਤੇ ਸਾਰਾ ਦਿਨ ਉਹ ਡਰਾਈਵ ਕਰਦੇ ਨੇ, ਉਹਨਾਂ ਟਰੈਕਟਰ 'ਤੇ ਵਾਈਬ੍ਰੇਸ਼ਨਸ ਪੈਦਾ ਹੁੰਦੀਆਂ ਨੇ, ਉਹ ਵਾਈਬ੍ਰੇਸ਼ਨਸ ਤੁਹਾਡੇ ਪੇਟ ਦੇ ਵਿੱਚ ਕੋਈ ਗੜਬੜ ਕਰਦੀਆਂ ਨੇ, ਕੋਈ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ। ਠੀਕ ਹੈ, ਉਹ ਹੁਣ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਉਹ ਇੱਕ ਤਰ੍ਹਾਂ ਦੀ ਬਾਇਓਲੋਜੀਕਲ ਸਟੱਡੀ ਹੈ। ਕੇਅਰ ਸ਼ੁੱਡ ਦੇਅਰਫੋਰ ਬੀ ਟੇਕਨ ਇਨ ਡਿਜ਼ਾਈਨਿੰਗ ਟਰੈਕਟਰਸ ਐਂਡ ਪਰਟੀਕੂਲਰਲੀ ਟਰੈਕਟਰ ਸੀਟ। ਕਹਿੰਦੇ ਇਸ ਕਰਕੇ ਜਦੋਂ ਵੀ ਟਰੈਕਟਰ ਨੂੰ ਡਿਜ਼ਾਈਨ ਕਰਨਾ ਹੈ, ਇਸ ਗੱਲ ਦੀ ਚੰਗੀ ਤਰ੍ਹਾਂ ਕੇਅਰ ਕਰਨੀ ਹੈ ਵੀ ਆਪਾਂ ਟਰੈਕਟਰ ਨੂੰ ਸਹੀ ਤਰੀਕੇ ਨਾਲ ਡਿਜ਼ਾਈਨ ਕਰੀਏ, ਸਪੈਸ਼ਲੀ ਜਿਹੜੀ ਟਰੈਕਟਰ ਦੀ ਸੀਟ ਹੈ ਉਸ ਨੂੰ। ਠੀਕ ਹੈ, ਟੂ ਰਿਡਿਊਸ ਵਾਈਬ੍ਰੇਸ਼ਨ ਐਂਡ ਸ਼ੌਕਸ, to minimum by appropriate suspension and shock absorption, and to arrange the tractor control in a manner to ensure a comfortable posture and minimum effort। ਇਸ ਕਰਕੇ ਜਦੋਂ ਵੀ ਟਰੈਕਟਰ ਨੂੰ ਡਿਜ਼ਾਈਨ ਕੀਤਾ ਜਾਏਗਾ, ਵਾਈਬ੍ਰੇਸ਼ਨਸ ਨੂੰ ਘਟਾਉਣ ਦੇ ਲਈ ਇੱਦਾਂ ਦੇ ਸ਼ੌਕ ਐਬਜ਼ੋਰਬਰ ਯੂਜ਼ ਕੀਤੇ ਜਾਣਗੇ, ਇੱਦਾਂ ਦਾ ਸਸਪੈਂਸ਼ਨ ਸਿਸਟਮ ਯੂਜ਼ ਕੀਤਾ ਜਾਏਗਾ ਜਿਹੜਾ ਡਰਾਈਵਰ ਤੱਕ ਘੱਟ ਤੋਂ ਘੱਟ ਸ਼ੌਕ ਪਹੁੰਚਣ ਦੇਗਾ, ਅਤੇ ਡਰਾਈਵਰ ਜਿਹੜਾ ਉਹ ਬਿਲਕੁਲ ਕੰਫਰਟੇਬਲ ਪੋਸਚਰ ਦੇ ਵਿੱਚ ਬੈਠ ਕੇ ਟਰੈਕਟਰ ਨੂੰ ਡਰਾਈਵ ਕਰੇਗਾ, ਅਤੇ ਉਹਦਾ ਜਿਹੜਾ ਐਫਰਟ ਹੈ ਉਹ ਵੀ ਮਿਨੀਮਮ ਹੋਣਾ ਚਾਹੀਦਾ ਹੈ। ਫਿਰ ਹੀ ਟਰੈਕਟਰ ਨੂੰ ਆਪਾਂ ਸਹੀ ਤਰੀਕੇ ਦੇ ਨਾਲ ਡਰਾਈਵ ਕਰ ਸਕਦੇ ਹਾਂ।
अदरवाइज सानू कोई ना कोई प्रॉब्लम जिहड़ी है वो होंदी रहेगी। नैक्सट आ गया जी थर्मल कंफर्ट इन ऑपरेटर इनकलोजर। भी जिहड़ा ड्राइवर है वो जिथे बैठा है ਉਹਦੇ ਆਲੇ ਦੁਆਲੇ ਆਪਾਂ ਜੇ ਕੈਬ ਬਣਾ ਦਈਏ ਤੇ ਉਹਦੇ ਅੰਦਰ ਥਰਮਲ ਕੰਫਰਟ ਕਿੱਦਾਂ ਦਾ ਚਾਹੀਦਾ, ਮਤਲਬ ਟੈਂਪਰੇਚਰ ਦੇ ਨਾਲ ਕੀ ਰਿਲੇਟਡ ਚੀਜ਼ਾਂ ਚਾਹੀਦੀਆਂ ਨੇ। ਆਪਰੇਟਰ ਇਨਕਲੋਜ਼ਰ ਡਿਜ਼ਾਈਨ ਮਸਟ ਇੰਕਲੂਡ ਕੈਬ ਪ੍ਰੈਸ਼ਰਾਈਜੇਸ਼ਨ। ਪਹਿਲੀ ਗੱਲ ਤੇ ਕੈਬ ਪ੍ਰੈਸ਼ਰਾਈਜੇਸ਼ਨ ਹੋਵੇ, ਵੀ ਮਤਲਬ ਅੰਦਰ ਕਿੰਨਾ ਪ੍ਰੈਸ਼ਰ 에ਅਰ ਦਾ ਮੇਨਟੇਨ ਰੱਖਣਾ ਹੈ ਉਹ ਹੋਣਾ ਚਾਹੀਦਾ। ਜੇਕਰ ਆਪਾਂ ਟਰੈਕਟਰ ਡਰਾਈਵਰ ਦੇ ਆਲੇ ਦੁਆਲੇ ਇੱਕ ਕੈਬ ਬਣਾ ਦਈਏ, ਇੱਕ ਸ਼ੀਸ਼ੇ ਦਾ ਕੰਪਾਰਟਮੈਂਟ ਬਣਾ ਦਈਏ, ਉਸ ਕੰਪਾਰਟਮੈਂਟ ਦੇ ਵਿੱਚ ਪ੍ਰੈਸ਼ਰਾਈਜੇਸ਼ਨ ਜ਼ਰੂਰੀ ਹੈ। 에ਅਰ ਦਾ ਕਿੰਨਾ ਪ੍ਰੈਸ਼ਰ ਹੋਣਾ ਚਾਹੀਦਾ। ਫਿਲਟਰੇਸ਼ਨ, 에ਅਰ ਫਿਲਟਰ ਹੋ ਕੇ ਅੰਦਰ ਆਵੇ, ਠੀਕ ਹੈ, ਕਿਉਂਕਿ ਬਾਹਰ ਤਾਂ ਕੈਮੀਕਲਸ ਨੇ, ਠੀਕ ਹੈ। 에ਅਰ ਦੇ ਵਿੱਚ ਹੋਰ ਗੰਦਗੀ ਹੈ, ਡਸਟ ਹੈ, ਡਰਟ ਹੈ, ਉਹ ਅੰਦਰ ਨਾ ਆਵੇ, ਫਿਲਟਰ ਹੋ ਕੇ ਆਵੇ। 에ਅਰ ਮੂਵਮੈਂਟ ਮਤਲਬ ਵੈਂਟੀਲੇਸ਼ਨ, ਕਿੰਨੀ 에ਅਰ ਅੰਦਰ ਆਣੀ ਹੈ, ਅੰਦਰੋਂ ਕਿੰਨੀ ਬਾਹਰ ਜਾਣੀ ਹੈ, ਕਿੰਨੀ ਸਪੀਡ 'ਤੇ ਆਣੀ ਹੈ, ਕਿੰਨੀ ਸਪੀਡ 'ਤੇ ਜਾਣੀ ਹੈ, ਇਹ ਸਭ ਕੁਛ ਹੋਵੇ। ਹੀਟਿੰਗ, ਜੇ ਬਰਫ਼ 'ਚ ਕੰਮ ਕਰਦਾ ਪਿਆ ਬੰਦਾ ਅਤੇ ਉਹਨੂੰ ਥੋੜ੍ਹੀ ਬਹੁਤੀ ਹੀਟ ਵੀ ਚਾਹੀਦੀ ਹੈ ਅੰਦਰ। ਜੇ ਗਰਮੀ 'ਚ ਕੰਮ ਕਰਦਾ ਪਿਆ ਉਹਨੂੰ ਥੋੜ੍ਹੀ ਬਹੁਤੀ ਕੂਲਿੰਗ ਵੀ ਚਾਹੀਦੀ ਹੈ। ਵਿੰਡੋ ਡੀਫਰੋਸਟਿੰਗ, ਬਰਫ਼ ਜੰਮ ਗਈ ਹੈ, ਉਸ ਬਰਫ਼ ਨੂੰ ਪਿਘਲਾਉਣ ਵਾਸਤੇ ਅਸੀਂ ਡੀਫਰੋਸਟ ਕਰਦੇ ਹਾਂ, ਜਾਂ ਆਪਣੇ ਗੱਡੀਆਂ ਦੇ ਵਿੱਚ ਵਿੰਡਸ਼ੀਲਡ ਦੇ ਉੱਤੇ AC ਦਾ ਇਫੈਕਟ ਪਾਉਂਦੇ ਹਾਂ, ਉਹ ਵੀ ਜਿਹੜੀ ਹੈ ਵਿੰਡੋ ਡੀਫਰੋਸਟਿੰਗ ਦਾ ਵੀ ਉਹਦੇ 'ਚ ਆਉਣਾ ਚਾਹੀਦਾ ਟਰੈਕਟਰ ਦੀ ਕੈਬ ਦੇ ਵਿੱਚ। ਥੀਸ ਫੈਕਟਰਸ ਮਸਟ ਬੀ ਕੰਸੀਡਰ ਇਨ ਆਰਡਰ ਟੂ ਪ੍ਰੋਵਾਈਡ ਕਲੀਨ ਏਅਰ ਐਂਡ ਪ੍ਰੋਪਰ ਵੈਲੋਸਿਟੀ, ਟੈਂਪਰੇਚਰ ਐਂਡ ਏਅਰ ਹਿਊਮਿਡਿਟੀ ਫॉर ਥਰਮਲ ਕੰਫਰਟ। ਜੇ ਟਰੈਕਟਰ ਨੂੰ ਅਸੀਂ ਡਰਾਈਵਰ ਨੂੰ ਅਸੀਂ ਥਰਮਲ ਕੰਫਰਟ ਦੇਣਾ ਚਾਹੁੰਦੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵਿੱਚ ਇੰਕਲੂਡ ਕਰਨਾ ਪਏਗਾ, ਫਿਰ ਹੀ ਥਰਮਲ ਕੰਫਰਟ ਜਿਹੜਾ ਉਹ ਪ੍ਰੋਵਾਈਡ ਹੋ ਸਕਦਾ। ਨੈਕਸਟ ਆ ਗਿਆ ਸਾਊਂਡ ਕੰਟਰੋਲ ਇਨ ਆਪਰੇਟਰ ਇਨਕਲੋਜ਼ਰ। ਰਿਡਿਊਸ ਨੋਇਸ ਲੈਵਲ ਹੈਵ in part been achieved by incorporating sound control measure in the operator enclosure। ਕਹਿੰਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਟਰੈਕਟਰ ਦੀ ਆਵਾਜ਼ ਨੂੰ ਘੱਟ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ, ਅਤੇ ਜਿਹੜਾ ਆਪਰੇਟਰ ਦਾ ਇਨਕਲੋਜ਼ਰ ਹੈ ਜਿੱਥੇ ਆਪਰੇਟਰ ਬੈਠਾ ਹੈ ਉੱਥੇ ਆਵਾਜ਼ ਜਿਹੜੀ ਹੈ ਉਹ ਘੱਟ ਤੋਂ ਘੱਟ ਪਹੁੰਚੇ। ਦੀ ਡਿਜ਼ਾਈਨ ਅਪਰੋਚ ਇਨਕਲੂਡਸ ਆਈਸੋਲੇਸ਼ਨ ਮਾਊਂਟ ਫॉर ਦੀ ਕੈਬ ਐਂਡ ਸੂਟੇਬਲ ਇਨਸੂਲੇਟਿੰਗ ਮਟੀਰੀਅਲ ਫॉर ਸੀਲਿੰਗ, ਵਾਲ ਐਂਡ ਫਲੋਰ। ਕਹਿੰਦੇ ਇਹਦੇ ਲਈ ਕੀ ਕੀਤਾ ਜਾ ਰਿਹਾ ਵੀ ਜਿਹੜਾ ਉਹਦੇ ਲਈ ਕੈਬ ਬਣਾਇਆ ਜਾ ਰਿਹਾ ਨਾ, ਸ਼ੀਸ਼ੇ ਦਾ ਕੰਪਾਰਟਮੈਂਟ ਬਣਾਇਆ ਜਾ ਰਿਹਾ, ਉਹਨੂੰ ਇੱਦਾਂ ਜੋੜਿਆ ਜਾ ਰਿਹਾ ਵੀ ਕਿਤੋਂ ਵੀ ਇਹ ਆਵਾਜ਼ ਜਿਹੜੀ ਹੈ ਉਹ ਜ਼ਿਆਦਾ ਅੰਦਰ ਐਂਟਰ ਨਾ ਕਰੇ, ਨਾ ਛੱਤ ਤੋਂ, ਨਾ ਦੀਵਾਰਾਂ ਤੋਂ, ਅਤੇ ਨਾ ਹੀ ਫਲੋਰ ਤੋਂ। ਮਤਲਬ ਇਨਸੂਲੇਟਿੰਗ, ਸਾਊਂਡ ਇਨਸੂਲੇਟਿੰਗ ਮਟੀਰੀਅਲ ਜਿਹੜਾ ਉਹ ਲਗਾਇਆ ਜਾ ਰਿਹਾ ਤਾਂ ਜੋ ਸਾਊਂਡ ਜਿਹੜੀ ਹੈ ਉਹ ਘੱਟ ਤੋਂ ਘੱਟ ਅੰਦਰ ਆਵੇ। ਜਿੰਨੀ ਘੱਟ ਸਾਊਂਡ ਅੰਦਰ ਆਏਗੀ ਓਨਾ ਜਿਹੜਾ ਦਿਮਾਗ ਹੈ ਉਹ ਕੰਟਰੋਲ 'ਚ ਰਹੇਗਾ ਡਰਾਈਵਰ ਦੇ। ਇਸ ਕਰਕੇ ਥਰਮਲ ਕੰਫਰਟ ਅਤੇ ਸਾਊਂਡ ਕੰਫਰਟ ਦੋਨੋਂ ਹੋਣੇ ਜ਼ਰੂਰੀ ਨੇ। ਨੈਕਸਟ ਆ ਗਿਆ ਜੀ ਦੀ ਓਪਰੇਸ਼ਨ ਮਸ਼ੀਨ ਇੰਟਰਫੇਸ। ਇਹਦੇ 'ਚੋਂ ਕੀ ਕਹਿੰਦੇ ਨੇ ਵੀ ਜਿਹੜਾ ਤੁਸੀਂ ਨਾ ਐਲੀਮੈਂਟਸ ਆਫ ਡਿਜ਼ਾਈਨ ਦੇ ਵਿੱਚ ਇੱਕ ਟੋਪਿਕ ਪੜ੍ਹਿਆ ਹੋਏਗਾ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਅਰਗਨੋਮਿਕਸ ਮੈਨ ਮਸ਼ੀਨ ਰਿਲੇਸ਼ਨਸ਼ਿਪ, ਵੀ ਬੰਦੇ ਦਾ ਮਸ਼ੀਨ ਦੇ ਨਾਲ ਕਿੱਦਾਂ ਦਾ ਰਿਲੇਸ਼ਨਸ਼ਿਪ ਹੈ, ਉਹ ਚੀਜ਼ ਬਾਰੇ ਆਪਾਂ ਇਹਦੇ 'ਚ ਡਿਸਕਸ ਕਰਾਂਗੇ। ਵੀ ਜਿਹੜੀ ਟਰੈਕਟਰ ਹੈ ਨਾ, ਟਰੈਕਟਰ ਨੂੰ ਅਸੀਂ ਇਸ ਤਰੀਕੇ ਨਾਲ ਡਿਜ਼ਾਈਨ ਕਰਨਾ ਵੀ ਉਹਦਾ ਜਿਹੜਾ ਰਿਲੇਸ਼ਨ ਹੈ ਡਰਾਈਵਰ ਦੇ ਨਾਲ ਉਹ ਵਧੀਆ ਹੋਵੇ, ਠੀਕ ਹੈ। ਉਹਦੇ ਬਾਰੇ ਕੀ ਕਹਿੰਦੇ ਨੇ, ਐਵਰੀ ਟਾਈਮ ਏ ਪਰਸਨ ਓਪਰੇਟ ਏ ਟਰੈਕਟਰ ਦੀ ਸੈਂਸਿੰਗ, ਡਿਸੀਜਨ ਮੇਕਿੰਗ ਐਂਡ ਮਸਕੂਲਰ ਪਾਵਰ ਆਫ ਦੀ ਓਪਰੇਟਰ ਆਰ ਜੁਆਇੰਡ ਟੂ ਐਨ ਇੰਜੀਨੀਅਰਿੰਗ ਸਿਸਟਮ। ਟਰੈਕਟਰ ਕੀ ਹੈ? ਟਰੈਕਟਰ ਇੱਕ ਇੰਜੀਨੀਅਰਿੰਗ ਵਹੀਕਲ ਹੈ। ਆਪਾਂ ਪਹਿਲੇ ਦਿਨ ਇਹੀ ਪੜ੍ਹਿਆ ਸੀਗਾ ਵੀ ਟਰੈਕਟਰ ਇੱਕ ਇੰਜੀਨੀਅਰਿੰਗ ਵਹੀਕਲ ਹੈ। ਹੁਣ ਉਸ ਇੰਜੀਨੀਅਰਿੰਗ ਵਹੀਕਲ ਨੂੰ ਚਲਾਉਣ ਦੇ ਲਈ ਇੱਕ ਤਾਂ ਮਸਕੂਲਰ ਪਾਵਰ ਮਤਲਬ ਜਿਹੜਾ ਡਰਾਈਵਰ ਹੈ ਉਹਦੇ 'ਚ ਜ਼ੋਰ ਕਿੰਨਾ ਹੈ, ਉਹਦੀਆਂ ਮਸਲ ਪਾਵਰ ਕਿੰਨੀਆਂ ਨੇ, ਇੱਕ ਤਾਂ ਉਹ ਜ਼ਰੂਰੀ ਹੈ। ਬਈ ਕੋਈ ਮਾੜਾ ਮੋਟਾ ਬੰਦਾ ਟਰੈਕਟਰ ਨੂੰ ਡਰਾਈਵ ਨਹੀਂ ਕਰ ਸਕਦਾ, ਕਿਉਂਕਿ ਉਹਦੀ ਮਸਲਸ 'ਚ ਜੇ ਪਾਵਰ ਹੋਏਗੀ ਫਿਰ ਹੀ ਉਹ ਟਰੈਕਟਰ ਨੂੰ ਡਰਾਈਵ ਕਰ ਸਕਦਾ ਹੈ। ਦੂਜਾ ਉਹ ਕਹਿੰਦੇ ਨੇ ਡਿਸੀਜਨ ਮੇਕਿੰਗ ਮਤਲਬ ਕੀ ਹੈ ਵੀ ਮੰਨ ਲਓ ਇੱਕਦਮ ਟਰੈਕਟਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਕੋਈ ਫੋਲਟ ਆ ਗਿਆ, ਟਰੈਕਟਰ ਚਲਾਉਂਦੇ ਕੋਈ ਸਡਨਲੀ ਅੱਗੇ ਹੀ ਆ ਗਿਆ, ਹੁਣ ਤੁਹਾਨੂੰ ਇਹ ਸੋਚਣਾ ਪੈਣਾ ਵੀ ਮੈਂ ਹੁਣ ਬ੍ਰੇਕ ਮਾਰਨੀ ਹੈ ਕਿ ਟਰੈਕਟਰ ਉੱਤੇ ਚਾੜਨਾ। ਇੰਨੀ ਡਿਸੀਜਨ ਮੇਕਿੰਗ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ ਜੇ ਤੁਸੀਂ ਟਰੈਕਟਰ ਡਰਾਈਵ ਕਰਦੇ ਪਏ ਹੋ। ਨਾਲ ਉਹ ਕਹਿੰਦੇ ਪਏ ਨੇ ਸੈਂਸ ਕਿੱਦਾਂ ਕਰਨਾ ਹੈ, ਵੀ ਕਿੱਦਾਂ ਤੁਸੀਂ ਆਪਣੇ ਦਿਮਾਗ ਨੂੰ ਚਲਾਉਣਾ ਹੈ ਟਰੈਕਟਰ ਨੂੰ ਚਲਾਉਂਦੇ ਹੋਏ, ਕਿੱਦਾਂ ਤੁਹਾਡੇ ਮਾਈਂਡ ਦੇ ਵਿੱਚ ਡਿਸੀਜਨ ਮੇਕਿੰਗ ਕੈਪੇਬਿਲਿਟੀ ਕੀ ਹੋਣੀ ਚਾਹੀਦੀ ਹੈ। ਇੱਦਾਂ ਹੀ ਤੁਹਾਡੀ ਮਸਕੂਲਰ ਪਾਵਰ ਜਿਹੜੀ ਹੈ, ਇਹ ਤਿੰਨ ਚੀਜ਼ਾਂ ਜਦੋਂ ਜੁੜਦੀਆਂ ਨੇ ਨਾ ਅਤੇ ਫਿਰ ਜਾ ਕੇ ਆਪਾਂ ਕਿਸੇ ਇੰਜੀਨੀਅਰਿੰਗ ਸਿਸਟਮ ਨੂੰ ਯਾਨੀ ਕਿ ਫਿਰ ਆਪਾਂ ਕਿਸੇ ਟਰੈਕਟਰ ਨੂੰ ਯੂਜ਼ ਕਰਨ ਦੇ ਕਾਬਲ ਹੁੰਦੇ ਹਾਂ। ਤਿੰਨ ਚੀਜ਼ਾਂ ਨੂੰ ਜੋੜਨਾ ਹੈ, ਟਰੈਕਟਰ ਨੂੰ ਚਲਾਉਣ ਲੱਗਿਆਂ ਤਿੰਨ ਚੀਜ਼ਾਂ ਨੂੰ ਇਹ ਕੰਬਾਈਨ ਹੋਣਾ। ਇੱਕ ਸੈਂਸਿੰਗ, ਤੁਹਾਡੀ ਸੈਂਸ ਪਾਵਰ ਕਿੰਨੀ ਹੈ, ਇੱਕ ਤੁਹਾਡੀ ਡਿਸੀਜਨ ਮੇਕਿੰਗ ਕੀ ਹੈ, ਅਤੇ ਤੁਹਾਡੀ ਮਸਕੂਲਰ ਪਾਵਰ ਕੀ ਹੈ। ਇਹ ਤਿੰਨ ਚੀਜ਼ਾਂ ਜੁੜਨਗੀਆਂ ਅਤੇ ਫਿਰ ਤੁਸੀਂ ਕਿਸੇ ਇੰਜੀਨੀਅਰਿੰਗ ਸਿਸਟਮ ਨੂੰ ਯਾਨੀ ਕਿ ਟਰੈਕਟਰ ਨੂੰ
ਡਰਾਈਵ ਕਰ ਸਕਦੇ ਹੋ। ਦੀ ਆਪਰੇਟਰ ਯੂਜ਼ਿਜ਼ ਸਾਊਂਡ, ਸਾਈਟ ਐਂਡ ਫਿਊਲ ਟੂ ਇੰਟਰਪ੍ਰੈਟ ਇਨਪੁਟ and to interface with the control instrumentation components to achieve the desired output of the tractor। ਆਪਰੇਟਰ ਕੀ ਕਰਦਾ ਹੈ, ਆਵਾਜ਼ ਨੂੰ ਸੁਣਦਾ, ਟਰੈਕਟਰ ਦੀ ਆਵਾਜ਼ ਨੂੰ ਸੁਣਦਾ, ਸਾਈਟ ਦੇਖਦਾ ਹੈ ਟਰੈਕਟਰ ਕਿੱਦਾਂ ਚੱਲਦਾ ਪਿਆ, ਐਂਡ ਫਿਊਲ ਤੇ ਫਿਊਲ ਪ੍ਰੋਵਾਈਡ ਕਰਦਾ ਟਰੈਕਟਰ ਨੂੰ, ਠੀਕ ਹੈ, ਟੂ ਅਚੀਵ ਦੀ ਡਿਜ਼ਾਇਰਡ ਆਊਟਪੁੱਟ ਆਫ ਦੀ ਟਰੈਕਟਰ ਇੰਟਰਪ੍ਰੈਟ ਇਨਪੁਟਸ ਐਂਡ ਟੂ ਇੰਟਰਫੇਸ ਵਿਦ ਦੀ ਕੰਟਰੋਲ ਇੰਸਟਰੂਮੈਂਸ਼ਨ ਕੰਪੋਨੈਂਟਸ। ਤੇ ਜਿਹੜੇ ਵਿੱਚ ਕੰਟਰੋਲ ਲੱਗੇ ਨੇ ਵੀ ਮਤਲਬ ਟਰੈਕਟਰ ਦੇ ਵਿੱਚ ਕਈ ਤਰ੍ਹਾਂ ਦੇ ਕੰਟਰੋਲ ਨੇ, ਹੁਣ ਗੇਅਰ ਬਾਕਸ ਹੈ ਉਹ ਵੀ ਇੱਕ ਤਰ੍ਹਾਂ ਦਾ ਕੰਟਰੋਲ ਹੈ, ਬ੍ਰੇਕ ਹੈ ਉਹ ਵੀ ਇੱਕ ਤਰ੍ਹਾਂ ਦਾ ਕੰਟਰੋਲ ਹੈ। ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਟਰੈਕਟਰ ਡਰਾਈਵਰ ਕੀ ਕਰਦਾ, ਟਰੈਕਟਰ ਕੋਲੋਂ ਜਿਹੜੀ ਡਿਜ਼ਾਇਰਡ ਆਊਟਪੁੱਟ ਹੈ ਨਾ ਉਹ ਲੈਂਦਾ। ਟਰੈਕਟਰ ਨੂੰ ਅਸੀਂ ਦਿੰਦੇ ਕੀ ਆ, ਫਿਊਲ ਦਿੰਦੇ ਹਾਂ, ਉਸ ਫਿਊਲ ਦੇ ਕੇ ਸਾਨੂੰ ਆਵਾਜ਼ ਤੋਂ ਆਪਾਂ ਆਈਡੀਆ ਲਗਾਉਂਦੇ ਹਾਂ, ਦੇਖ ਕੇ ਆਪਾਂ ਆਈਡੀਆ ਲਗਾਉਂਦੇ ਹਾਂ, ਅਤੇ ਆਪਣੇ ਕੰਟਰੋਲ ਜਿਹੜੇ ਨੇ ਉਹਨਾਂ ਦੀ ਹੈਲਪ ਦੇ ਨਾਲ ਆਪਾਂ ਟਰੈਕਟਰ ਤੋਂ ਆਊਟਪੁੱਟ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਹਿਊਮਨ ਇੰਜੀਨੀਅਰਿੰਗ ਡਾਟਾ ਡਿਫਾਈਨਿੰਗ ਅਸੈਪਟੇਬਲ ਰੇਂਜਿਸ ਫਾਰ ਇਨਵਾਇਰਮੈਂਟਲ ਫੈਕਟਰਸ। ਜਿਹੜੇ ਆਪਾਂ ਸਟਾਰਟਿੰਗ 'ਤੇ ਗੱਲ ਕੀਤੀ ਸੀਗੀ ਵੀ ਕਿਹੜੇ ਕਿਹੜੇ ਫੈਕਟਰ ਨੇ, ਹਿਊਮਿਡਿਟੀ ਹੋ ਗਿਆ, ਟੈਂਪਰੇਚਰ ਹੋ ਗਿਆ, ਵੈਂਟੀਲੇਸ਼ਨ ਹੋ ਗਿਆ, ਇੰਨੀਆਂ ਸਾਰੀਆਂ ਚੀਜ਼ਾਂ ਨੂੰ ਵੀ ਅਸੀਂ ਮਾਈਂਡ 'ਚ ਰੱਖਣਾ ਹੈ। ਨੋਇਸ ਐਂਡ ਵਾਈਬ੍ਰੇਸ਼ਨਸ ਮਸਟ ਬੀ ਇਨਕਾਰਪੋਰੇਟਿਡ। ਇਸ ਤੋਂ ਇਲਾਵਾ ਨੋਇਸ ਜਿਹੜੀ ਹੈ, ਆਵਾਜ਼ ਜਿਹੜੀ ਹੈ, ਅਤੇ ਵਾਈਬ੍ਰੇਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਵੀ ਮਾਈਂਡ ਦੇ ਵਿੱਚ ਰੱਖ ਕੇ ਫਿਰ ਆਪਾਂ ਟਰੈਕਟਰ ਨੂੰ ਡਿਜ਼ਾਈਨ ਕਰਨਾ ਹੈ, ਜੇ ਆਪਾਂ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਆਪਰੇਟਰ ਹੈ ਉਹ ਸੇਫਟੀ ਦੇ ਨਾਲ ਅਤੇ ਕੰਫਰਟ ਦੇ ਨਾਲ ਕੰਮ ਕਰੇ। ਇਹ ਜਿਹੜੀਆਂ ਚੀਜ਼ਾਂ ਨੇ ਜਿਹਦੇ 'ਚ ਆਪਣਾ ਟੈਂਪਰੇਚਰ ਆ ਗਿਆ, ਹਿਊਮਿਡਿਟੀ ਆ ਗਈ, ਵੈਂਟੀਲੇਸ਼ਨ ਆ ਗਿਆ, ਵਾਈਬ੍ਰੇਸ਼ਨਸ ਆ ਗਈਆਂ, ਸਾਊਂਡ ਆ ਗਈ, ਇਹ 5-6 ਚੀਜ਼ਾਂ ਨੂੰ ਸਾਨੂੰ ਆਪਣੇ ਮਾਈਂਡ ਦੇ ਵਿੱਚ ਰੱਖ ਕੇ ਫਿਰ ਹੀ ਟਰੈਕਟਰ ਨੂੰ ਡਿਜ਼ਾਈਨ ਕਰਨਾ ਪਏਗਾ। ਅਦਰਵਾਈਜ਼ ਆਪਾਂ ਜੇ ਟਰੈਕਟਰ ਡਿਜ਼ਾਈਨ ਕਰਾਂਗੇ ਤਾਂ ਉਹ ਡਰਾਈਵਰ ਦੀ ਸਿਹਤ ਵਾਸਤੇ, ਸੇਫਟੀ ਵਾਸਤੇ ਅਤੇ ਕੰਫਰਟ ਵਾਸਤੇ ਸਹੀ ਨਹੀਂ ਹੋਏਗਾ। ਸੋ ਇਹ ਸੀਗਾ ਤੁਹਾਡਾ ਅੱਜ ਦਾ ਟੌਪਿਕ, ਹਿਊਮਨ ਫੈਕਟਰਸ ਇਨ ਟਰੈਕਟਰ ਡਿਜ਼ਾਈਨ। ਥੋੜ੍ਹਾ ਇੰਜੀਨੀਅਰਿੰਗ ਤੋਂ ਹਟ ਕੇ ਸੀਗਾ ਬਟ ਟੌਪਿਕ ਜਿਹੜਾ ਇਹ ਇੰਪੋਰਟੈਂਟ ਹੈ। ਅੱਜ ਲਈ ਇੰਨਾ ਹੀ, ਬਾਕੀ ਅਸੀਂ ਨੈਕਸਟ ਲੈਕਚਰ ਡਿਸਕਸ ਕਰਾਂਗੇ।